ਲਓ ਜੀ, ਰੋਜ਼ ਵਾਂਗੂ ਅਸੀਂ ਫੇਰ ਮੂੰਹ ਚੱਕ ਕੇ ਆ ਜਾਈਦਾ। ਤੁਸੀਂ ਕਹਿਣਾ ਆ ਗਏ ਜਿਹੇ ਆ ਗਏ ਆ ਜੀ। ਟਾਈਮ ਉਹੀ ਜੀ ਕੱਲ੍ਹ ਵਾਲਾ ਕੀ, ਹੁਣ ਤਾਂ ਬਹੁਤ ਚਿਰ ਤੋਂ ਟਾਈਮ ਉਹੀ ਰੱਖਿਆ ਪੱਕਾ। ਤੁਸੀਂ ਵੀ ਤਾਂ ਚੈਨਲ ਉਹੀ ਰੱਖਿਆ ਨਾ ਜੀ, ਪ੍ਰਾਈਮ ਏਸ਼ੀਆ TV ਦੇ ਪ੍ਰੋਗਰਾਮ ਦਾ ਨਾਮ ਹੀ ਉਹ ਰੱਖਿਆ, ਪ੍ਰਾਈਮ ਫੋਕਸ। ਅਤੇ ਮੈਂ ਵੀ ਉਹੀ, ਨਾਲ ਮੇਰਾ ਵੀਰ ਵੀ ਉਹੀ ਕੰਬਾਟ ਸਾਹਿਬ, ਐਨ ਉਹੀ ਜੀ, ਚੜ੍ਹਦੀ ਕਲਾ ਵਾਲੇ ਬੰਦੇ। ਪਰ ਇੱਕ ਗੱਲ ਹੈ, ਆਪਾਂ ਨਹੀਂ ਬਦਲੇ, ਲੀਡਰ ਬਦਲਣ ਲੱਗ ਪਏ ਹੌਲੀ ਹੌਲੀ। ਹਾਏ ਲੀਡਰ ਤਾਂ ਮੈਨੂੰ ਲੱਗਦਾ ਲੀਡਰਾਂ ਨੂੰ ਦੇਖ ਕੇ ਥੋੜ੍ਹਾ ਜਿਹਾ ਕੰਮ ਕਰਨਾ। ਤੁਸੀਂ ਕਦੇ ਦਿਨ ਪਿੱਠ ਕਰਕੇ ਨਾ ਬਹਿ ਜਾਓ, ਕਿਉਂ ਵੀ ਜਾਣੇ ਪਤਾ ਲੱਗੇ ਕਿ ਉਹ ਲੀਡਰ ਬੰਦੇ ਨਾ, ਥੋੜ੍ਹਾ ਜਿਹਾ ਬਦਲ ਕੇ ਪੇਸ਼ ਕਰੀਏ ਕੁਛ। ਨਹੀਂ, ਉਹ ਲੀਡਰਾਂ ਦਾ ਤਾਂ ਹੁਣ ਕੰਮ ਦੇਖੋ ਨਾ, ਵੀ ਉਹ ਕਹਿੰਦੇ ਆ ਵੀ ਮੈਨੂੰ ਲੱਗਦਾ ਉਹ ਸਾਬਰਕੋਟੀ ਸਾਹਿਬ ਨੇ ਸਹੀ ਗਾਇਆ ਸੀ ਨਾ ਉਦੋਂ, ਤੂੰ ਬਦਲੀ। ਹਾਂ, ਉਹ ਮੇਰਾ ਖਿਆਲ ਤੂੰ ਬਦਲੀ 100 ਵਾਰ ਲੀਡਰਾਂ ਨੂੰ ਕਹਿ ਰਹੇ, ਅਸੀਂ ਇੱਕ ਵਾਰ ਨਹੀਂ ਬਦਲੀ, ਤੋਂ ਭਾਵ ਵੀ ਆਮ ਲੋਕ ਤੇ ਉਹਨਾਂ ਦੇ ਹਾਲਾਤ। ਐਤਕੀ ਤਾਂ ਸਾਬਰਕੋਟੀ ਦਾ ਗੀਤ ਵੀ ਗਲਤ ਸ਼ਬਦ ਕਰਤਾ ਲੋਕਾਂ ਨੇ। ਕਿਉਂ ਜੀ? ਕਰ ਦਿੱਤਾ। ਤੁਸੀਂ ਇਹ ਦੇਖੋ ਕਿ ਪਹਿਲਾਂ ਕੀ ਹੁੰਦਾ ਸੀ, ਪਿੰਡ ਤੋਂ ਲੈ ਕੇ ਵੱਡੀ ਰੈਲੀ ਤੱਕ ਲੋਕ ਚੁੱਪ ਕਰਕੇ ਬੈਠਦੇ ਸੀ, ਲੀਡਰ ਆਉਂਦੇ ਸੀ, ਬੋਲ ਕੇ ਚਲੇ ਜਾਂਦੇ ਸੀ। ਐਤਕੀ ਲੀਡਰ ਆਉਂਦੇ ਆ, ਲੋਕ ਖੜੇ ਹੁੰਦੇ ਉੱਥੇ ਹੀ, ਉਹ ਫਿਰ ਜਿੱਦਾਂ ਦੇ ਨਾਅਰੇ ਲਾਉਂਦੇ, ਲੀਡਰ ਕਹਿੰਦੇ ਦੱਸੋ ਪਹਿਲਾਂ ਤੁਸੀਂ ਬੋਲੋ। ਪਹਿਲਾਂ ਲੋਕ ਬੋਲਦੇ ਆ, ਫਿਰ ਲੀਡਰ ਬੋਲਦੇ ਆ, ਭਾਵੇਂ ਕਿਸੇ ਵੀ ਪਾਰਟੀ ਦੇ ਹੋਣ। ਇੰਨਾ ਕੁ ਫਰਕ ਤਾਂ ਪੈ ਗਿਆ। ਇੱਕ ਗੱਲ ਹੈ ਬਸ, ਇਹ ਤੇ ਗੱਲ ਹੈ ਮੰਨਣ ਵਾਲੀ, ਠੀਕ ਹੈ। ਪਰ ਪਤਾ ਨਹੀਂ ਮੈਨੂੰ ਕਿਉਂ ਸ਼ੱਕ ਆ ਵੀ ਮੈਂ ਫਿਰ $5 ਜਿੱਤ ਜਾਣਾ। ਨਹੀਂ, $5 ਤਾਂ ਦੇਖੋ, ਮੈਨੂੰ ਬੜੀ ਖੁਸ਼ੀ ਹੁੰਦੀ ਜਦੋਂ ਸਵਾਲ ਪੁੱਛੇ ਜਾਂਦੇ, ਮੈਂ ਕਿਹਾ ਲੈ ਮੈਂ ਹਾਰ ਗਿਆ, ਫਿਰ ਮੈਨੂੰ ਲੱਗਦਾ ਨਹੀਂ ਮੈਂ ਜਿੱਤ ਜਾਣਾ। ਨਹੀਂ, ਤੁਹਾਡਾ ਹਾਲ ਪਤਾ ਕੀ ਆ, ਕਿ ਜਿਹੜੇ ਦੋ ਵੱਡੀਆਂ ਪਾਰਟੀਆਂ ਦੇ ਉਮੀਦਵਾਰ ਇਲੈਕਸ਼ਨ ਦੇ ਵਿੱਚ ਖੜੇ ਹੁੰਦੇ ਆ, ਪਹਿਲਾਂ ਇੱਕ ਦੂਜੇ ਦੇ ਖਿਲਾਫ, ਇਹ ਜਿਹੜਾ ਟੱਬਰ ਨਹੀਂ ਚੰਗਾ, ਇਹ ਸ਼ੁਰੂ ਤੇ ਖਾਨਦਾਨੀ ਧੋਖੇਬਾਜ਼, ਇਹਨਾਂ ਨੂੰ ਜਾਣਦੇ ਹਾਂ ਅਸੀਂ। ਅਤੇ ਜਦੋਂ ਦੂਜਾ ਇਲੈਕਸ਼ਨ ਜਿੱਤ ਗਿਆ, ਉਦੋਂ ਹੀ ਸਤਿ ਸ਼੍ਰੀ ਅਕਾਲ ਜੀ, ਠੀਕ ਹੈ, ਇਕੱਠੇ ਹੋ ਕੇ ਕੰਮ ਕਰਾਂਗੇ। ਫਿਰ ਵਿਆਹ 'ਤੇ ਵੀ ਸੱਦੀ ਜਾਣਾ, ਸ਼ਾਦੀ 'ਤੇ ਵੀ ਸੱਦੀ ਜਾਣਾ, ਸਮਾਗਮਾਂ 'ਤੇ ਵੀ ਇਕੱਠੇ ਹੋਈ ਜਾਣਾ, ਲੋਕਾਂ ਦੇ ਲੜਾ ਕੇ ਸਿਰ ਪਾੜ ਦੇਣੇ। ਤੁਹਾਡਾ ਤਾਂ ਕੰਮ ਹੋਆ ਕਿ ਜਿੱਤਣਾ ਮੈਂ ਆ, ਪਰ ਮੈਨੂੰ ਬਹੁਤ ਖੁਸ਼ੀ ਹੋਊਗੀ ਜੇ ਤੁਸੀਂ ਜਿੱਤ ਜਾਓਗੇ। ਯਾਰ ਕਿਸੇ ਪਾਸੇ ਤਾਂ ਲੱਗੋ। ਨਹੀਂ, ਇੱਦਾਂ ਕਿੱਦਾਂ ਲੱਗੂ? ਜੇ ਅਸੀਂ ਕਿਸੇ ਪਾਸੇ ਲੱਗ ਗਏ, ਫਿਰ ਦੂਜੇ ਪਾਸੇ ਦਾ ਕੀ ਬਣੂਗਾ? ਇਸ ਕਰਕੇ ਅਸੀਂ ਸਾਰੇ ਪਾਸੇ ਲੱਗ ਕੇ ਰਹੀਦਾ। ਦੇਖੋ, ਕਾਰਨ ਇਹ ਆ ਵੀ ਇਹ ਹੁਣ ਵਾਲੀ ਪੀੜ੍ਹੀ ਨੂੰ ਤਾਂ ਖੈਰ ਪਤਾ ਲੱਗ ਗਿਆ। ਪਿਛਲੀਆਂ ਪੀੜ੍ਹੀਆਂ ਜੇ ਆਪਾਂ ਗੱਲ ਕਰੀਏ ਤਾਂ ਆਪਣੇ ਬਾਬਿਆਂ ਨੂੰ ਇਹ ਗੱਲ ਨਹੀਂ ਸਮਝ ਆਈ ਵੀ ਯਾਰ ਫਲਾਨਾ ਬੰਦਾ ਫਲਾਨੀ ਪਾਰਟੀ ਜਾਂ ਫਲਾਨੀ ਪਾਰਟੀ ਜਾਂ ਅੰਦਰੋਂ ਕੋਈ ਕਿਸੇ ਦਾ ਸਾਂਢੂ ਆ, ਕੋਈ ਕਿਸੇ ਦਾ ਕੁੜਮਾ, ਸਮਝ ਨਹੀਂ ਆਉਂਦੀ। ਉਹ ਜਿਹੜੀ ਕੁੜਮਾਚਾਰੀ ਇੱਧਰੋਂ ਉੱਧਰੋਂ ਸੀਗੀ, ਉਹ ਹੁਣ ਜਾ ਕੇ ਸਮਝ ਲੱਗੀ ਲੋਕਾਂ ਨੂੰ। ਬਿਲਕੁਲ ਠੀਕ ਭਾਈ ਸਾਹਿਬ, ਜੀ ਜਿੱਦਾਂ ਦੇ ਸਾਡੇ ਕੁੜਮ, ਜਿੱਦਾਂ ਦੇ ਸਾਡੇ ਰਿਸ਼ਤੇਦਾਰੀਆਂ, ਇੱਦਾਂ ਦੀਆਂ ਰਿਸ਼ਤੇਦਾਰੀਆਂ ਇਹਨਾਂ ਦੀਆਂ, ਜੇ ਅਸੀਂ ਨਹੀਂ ਛੱਡਦੇ ਤੇ ਇਹ ਵੀ ਨਹੀਂ ਛੱਡਦੇ ਹੋਣੇ। ਤੇ ਬਾਹਰੋਂ ਆ ਕੇ ਇੱਕ ਦੂਜੇ ਨੂੰ ਗਾਲਾਂ ਕੱਢ ਕੇ ਅੰਦਰ ਬਹਿ ਕੇ ਲੈ ਵੇ ਬੱਲੇ, ਅੱਜ ਨਾ ਨਜ਼ਾਰਾ ਬਹੁਤ ਆਇਆ। ਇਹ ਨਜ਼ਾਰਾ ਤਾਂ ਆ, ਪਰ ਤੂੰ ਉੱਥੇ ਥੋੜ੍ਹਾ ਜ਼ਿਆਦਾ ਬੋਲਿਆ ਮੇਰੇ ਖਿਲਾਫ। ਚਲੋ ਕੋਈ ਨਹੀਂ, ਫਿਰ ਕੀ ਫਰਕ ਪੈਂਦਾ, ਲੋਕਾਂ ਤਾੜੀਆਂ ਬਹੁਤ ਮਾਰੀਆਂ, ਚੱਲ ਕੋਈ ਨਹੀਂ, ਤਾੜੀਆਂ ਠੀਕ ਆ, ਫਿਰ ਰੱਖਿਓ ਆਪਣਾ ਖਿਆਲ, ਕੰਮ ਨਾ ਆਪਣਾ ਰੋਕੇ। ਸਰਕਾਰ ਭਾਵੇਂ ਇਹਦੀ ਬਣੇ ਭਾਵੇਂ ਉਹਦੀ ਬਣੇ, ਆਪਣਾ ਕੰਮ ਫਿੱਟ ਚਾਹੀਦਾ। ਮੈਨੂੰ ਇਹ ਵੀ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਥੋੜ੍ਹਾ ਜਿਹਾ ਸਿੱਖਣਾ ਚਾਹੀਦਾ। ਆ ਪਿਛਲੇ ਦਿਨਾਂ 'ਚ ਨਾ ਕਈਆਂ ਨੇ ਦੋਸ਼ ਲਾਏ, ਅੱਜ ਹੀ ਰੇਤਾ ਦਾ ਕੰਮ ਚੱਲਦਾ ਹੀ ਚੱਲਦਾ, ਪਹਿਲਾਂ ਉਹ ਕਰਦੇ ਸੀ ਹੁਣ ਇਹ ਕਰਦੇ ਆ, ਨਸ਼ਾ ਵਿਕਦਾ ਹੀ ਵਿਕਦਾ, ਪਹਿਲਾਂ ਉਹ ਵਿਕਵਾਉਂਦੇ ਸੀ ਹੁਣ ਇਹ ਵਿਕਵਾਉਂਦੇ ਆ, ਆ ਦੇਖੋ ਜੀ ਰਿਸ਼ਵਤ ਚੱਲਦੀ, ਪਹਿਲਾਂ ਉਹ ਲੈਂਦੇ ਸੀ ਹੁਣ ਇਹ ਲੈਂਦੇ, ਰੌਲਾ ਪੈਂਦਾ ਨਾ। ਜਾਣੀ ਜੇ ਇੰਨੇ ਆਰਾਮ ਦੇ ਨਾਲ ਜਿਹੜਾ ਕੰਮ ਚੱਲਦਾ, ਅਗਲੇ ਇੱਕ ਦੂਜੇ ਨੂੰ ਹੈਂਡਓਵਰ ਕਰ ਦਿੰਦੇ ਆ ਤੇ ਮੁੜ ਕੇ ਫੇਰ ਲੈ ਲੈਂਦੇ ਆ, ਰੌਲਾ ਕੋਈ ਪੈਂਦਾ ਹੀ ਨਹੀਂ। ਅਸੀਂ ਪਤਾ ਨਹੀਂ ਪੰਚੀਆਂ ਸਰਪੰਚੀਆਂ ਜਿੱਤ ਕੇ 6-6 ਮਹੀਨੇ ਪੰਚਾਇਤ ਦਾ ਰਜਿਸਟਰ ਕਾਹਤੋਂ ਨਹੀਂ ਦਿੰਦੇ ਇੱਕ ਦੂਜੇ ਨੂੰ। ਦੇਖੋ ਜੀ, ਇਹੋ ਹੀ ਫਰਕ ਹੈ ਜਿਹਦਾ ਕਰਕੇ ਭਾਈ ਸਾਹਿਬ ਹੁਣ ਤੱਕ ਕੰਮ ਚੱਲਦਾ ਸੀ। ਪਰ ਚਲੋ ਜੇ ਫਰਕ ਪੈ ਜਾਵੇ ਤਾਂ ਚੰਗੀ ਗੱਲ ਹੈ। ਹੁਣ ਫਰਕ ਪੈਣ ਵਾਲੇ ਪਾਸਿਓਂ ਸ਼ੁਰੂ ਕਰਨਾ ਕਿ ਜਾਂ ਇੱਕ ਬਹੁਤ ਵੱਡਾ ਫਰਕ 21 ਦਿਨ 'ਚ ਪੈ ਗਿਆ, ਉਹਦੀ ਗੱਲ ਕਰਨੀ। ਉਹਦੀ ਕਰਦੇ ਆ। ਉਹ ਤੇ ਪੁਣੇ ਪਿਆ ਨਾ, ਮਹਾਰਾਸ਼ਟਰ ਦੇ ਵਿੱਚ ਜੀ। ਹੁਣ ਪੁਣੇ ਸ਼ਹਿਰ ਦੇ ਵਿੱਚ ਬੰਦਾ ਇੱਕ ਰੀਅਲ estate ਦਾ ਕੰਮ ਕਰਦਾ ਸੀ, ਉਹਨੇ ਬਣਾ ਲਿਆ ਸੀ ਮੰਦਿਰ ਜੀ। ਜੇ ਆਪਾਂ ਲੰਘੇ ਤੋਂ ਲੰਘੇ ਦਿਨ ਦੀ ਗੱਲ ਕਰੀਏ ਤਾਂ ਬੜਾ ਮੀਡੀਆ ਚਰਚਾ ਹੋਈ, ਕਹਿੰਦੇ ਵਾਹ ਮੋਦੀ ਸਾਹਿਬ ਦੇ ਨਾਲ ਤਾਂ ਕਹਿੰਦਾ ਵੀ ਇੰਨੀ ਮੁਹੱਬਤ ਹੈ, ਕਹਿੰਦੇ ਉਸ ਬੰਦੇ ਨੇ ਦੇਖੋ ਮਤਲਬ ਕਿੰਨਾ ਵਿਕਾਸ ਕੀਤਾ ਦੇਸ਼ ਦਾ। ਮੈਂ ਸਪੈਸ਼ਲ ਮੰਦਿਰ ਬਣਾਇਆ ਐਂਡ ਮੋਦੀ ਸਾਹਿਬ ਦੀ ਮੂਰਤੀ ਬਣਾਈ ਉਹਦੇ ਵਿੱਚ। ਵਾਹ ਜੀ। ਕਹਿੰਦੇ ਵੀ ਇਹਦੇ ਤੋਂ ਵੱਧ ਸਤਿਕਾਰ ਮੈਂ ਕੀ ਦਿਆਂ, ਦੱਸੋ ਵੀ ਮੇਰੇ ਲਈ ਤਾਂ ਰੱਬ ਰੂਪ ਹੈ ਬੰਦਾ, ਮਤਲਬ ਇੰਨਾ ਵਿਕਾਸ। ਹੁਣ ਜਦੋਂ ਮੀਡੀਆ 'ਚ ਆਇਆ, ਉਹ ਪਤਾ ਨਹੀਂ ਅਗਲੇ ਦਿਨ ਮੂਰਤੀ ਚੁੱਕਤੀ ਉੱਥੋਂ, ਕਹਿੰਦੇ ਆਹ ਚਲੋ ਉਹ ਫਰਕ ਤਾਂ ਪੈਣਾ ਹੀ ਹੈ ਨਾ। ਨਹੀਂ, ਉਹਨੂੰ ਪੁੱਛਿਆ ਬਾਅਦ 'ਚ, ਕਹਿੰਦੇ ਕਿਉਂ ਚੁੱਕੀ? ਇਸ ਰੂਟ ਕੀ ਸਭੀ ਲਾਈਨੇ ਕਹਿੰਦੇ ਵਿਅਸਤ ਹੈ। ਬੰਦਾ ਬੋਲਿਆ ਹੀ ਨਹੀਂ। ਕਈ ਤਰ੍ਹਾਂ ਦਾ ਫਰਕ ਪੈ ਜਾਂਦਾ। ਤੁਸੀਂ ਦੇਖੋ, ਲੋਕਤੰਤਰ ਹੈ, ਲੋਕਤੰਤਰ ਦੇ ਵਿੱਚ ਸਾਡੀ ਵੱਡੀ ਤੋਂ ਵੱਡੀ ਅਦਾਲਤ ਵੀ ਕਹਿੰਦੀ ਹੈ ਕਿ ਭਾਈ ਤੁਸੀਂ ਬੋਲ ਸਕਦੇ ਹੋ, ਇੱਕ ਦਾਇਰੇ ਦੇ ਵਿੱਚ ਰਹਿ ਕੇ ਵਿਚਾਰ ਤੁਹਾਡੇ ਵੱਖਰੇ ਹੋ ਸਕਦੇ, ਤੁਸੀਂ ਰੱਖ ਸਕਦੇ ਹੋ। ਬਿਹਾਰ ਬੜਾ ਵੱਡਾ ਸੂਬਾ ਭਾਰਤ ਦਾ, ਬੜੀ ਵੱਡੀ ਰਾਜਨੀਤੀ ਉੱਥੋਂ ਦੀ, ਯੂਨੀਵਰਸਿਟੀਆਂ ਬਹੁਤ ਪੁਰਾਣੇ ਸਮੇਂ 'ਚ ਉੱਥੋਂ ਸ਼ੁਰੂ ਹੋਈਆਂ। ਉਸ ਬਿਹਾਰ ਦਾ ਇੱਕ MLA ਆ, ਭਾਰਤੀ ਜਨਤਾ ਪਾਰਟੀ ਦੇ ਨਾਲ ਸੰਬੰਧਿਤ ਹੈ, ਚਲੋ ਕਿਸੇ ਵੀ ਧਿਰ ਦੇ ਨਾਲ ਹੋ ਸਕਦਾ। ਉਹ ਬੰਦੇ ਨੇ ਵੀ ਕਮਾਲ ਕਰ ਦਿੱਤੀ, ਜਾਣੀ ਬਹਿ ਜਾ ਕਰਾਤੀ। ਮੈਂ ਕਹਿੰਦਾ ਸਦਕੇ ਜਾਈਏ ਟਿਕਟ ਦੇਣ ਵਾਲਿਆਂ ਦੇ, ਉਹਦੇ ਤੋਂ ਬਾਅਦ ਬਲਿਹਾਰੇ ਜਾਈਏ ਵੋਟ ਪਾਉਣ ਵਾਲਿਆਂ ਦੇ, ਤੇ ਉਹਦੇ ਤੋਂ ਬਾਅਦ ਉਹਨਾਂ ਦੇ ਸਮਰਥਕਾਂ ਨੂੰ ਤਾਂ ਸਲੂਟ ਕਰਨ ਨੂੰ ਜੀ ਕਰਦਾ। ਉਹ ਬੰਦਾ ਪਤਾ ਕਹਿੰਦਾ
ਆ ਜਿਨ੍ਹਾਂ ਨੂੰ ਲੱਗਦਾ ਨਾ ਇਹ ਭਾਰਤ ਦੇ ਤੇਲ ਮਹਿੰਗਾ, ਅਫਗਾਨਿਸਤਾਨ ਚਲ ਜਾਓ ਕਹਿੰਦਾ ਉੱਥੇ ਸਸਤਾ ਹੀ ਆ, ਤੇਲ ਮਹਿੰਗਾ, ਇੱਥੇ ਤਾਂ ਹੁਣ ਜਿੰਨਾ ਦਾ ਹੈਗਾ ਉਹਨੇ ਦਾ ਵਿਕੂਗਾ। ਨਹੀਂ ਮਤਲਬ ਕਮਾਲ ਬੰਦੇ ਨੇ ਤਰੱਕੀ ਤੇ ਕੀਤੀ। ਸਾਫ਼ ਕੋਈ ਵੀ ਦੇਖੋ, ਨਹੀਂ ਉਹਨੇ ਇੱਕ ਦੇਸ਼ ਟਪਾ ਕੇ ਘੱਲਿਆ ਹੁਣ। ਪਾਕਿਸਤਾਨ ਨਹੀਂ ਘੱਲਿਆ, ਪਹਿਲਾਂ ਕੱਲੀ ਪਹੁੰਚ ਪਾਕਿਸਤਾਨ ਹੁੰਦੀ, ਹੁਣ ਅਫਗਾਨਿਸਤਾਨ ਤੱਕ ਕਰਨ ਲੱਗ ਪਿਆ, ਤਰੱਕੀ ਤੇ ਕੀਤੀ ਹੈ। ਨਹੀਂ ਦੇਖੋ ਉਹਨਾਂ ਨੂੰ ਐਂ ਲੱਗਦਾ ਕਿ ਐਗਜ਼ਾਮਪਲ ਵੀ ਉਹ ਦਈਏ ਜਿਹੜਾ ਇਸ਼ੂ ਚੱਲਦਾ ਹੈ, ਹਾਂ ਲੋਕਾਂ ਨੂੰ ਛੇਤੀ ਸਮਝ ਆਉਂਦਾ ਹੈ। ਬਿਲਕੁਲ ਸਹੀ। ਮੈਂ ਕਹਿੰਦਾ ਹੈਰਾਨੀ ਦੀ ਗੱਲ ਹੈ, ਇਹੀ ਪਾਰਟੀ ਦੇ ਬੰਦੇ ਸ਼ਾਇਦ ਇਹ ਵੀ ਵਿੱਚੇ ਹੋਵੇ ਜਦੋਂ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਸਰਕਾਰ ਹੁੰਦੀ ਸੀ, ਉਦੋਂ ਜੇ ਮਾੜੀਆਂ ਮੋਟੀਆਂ ਤੇਲ ਦੀਆਂ ਕੀਮਤਾਂ ਵੱਧਦੀਆਂ ਸੀ, ਇਹ ਵੀ ਬੰਦੇ ਕਹਿੰਦੇ ਬਹੁਤ ਔਖਾ ਜੀ, ਬਹੁਤ ਔਖਾ ਜੀ। ਹੁਣ ਭਲਕ ਨੂੰ ਇਦਾਂ ਨਾ ਕਹਿਣ ਕਿ ਭਾਈ ਜੇ ਗੰਢੇ ਮਹਿੰਗੇ ਹੋ ਗਏ ਆ ਤਾਂ ਜੇ ਕੋਈ ਗੰਢਿਆਂ ਦੇ ਖਿਲਾਫ ਜਾਂਦਾ ਜੀ ਸਾਡੇ ਤਾਂ ਪਤਾ ਨਹੀਂ ਗੰਢੇ ਬਹੁਤ ਮਹਿੰਗੇ ਆ, ਦਾਲਾਂ ਬਹੁਤ ਮਹਿੰਗੀਆਂ, ਦਵਾਈਆਂ ਬਹੁਤ ਮਹਿੰਗੀਆਂ, ਤੇ ਉਹ ਵੀ ਕਹਿਣ ਲੈ ਜਿੱਥੇ ਸਸਤੀਆਂ ਉੱਥੇ ਚਲ ਜਾਓ, ਇੱਥੇ ਤਾਂ ਮਹਿੰਗੀਆਂ ਵਿਕਣਗੀਆਂ, ਇੱਥੇ ਤਾਂ ਮਹਿੰਗੇ ਵਿਕਣਗੇ। ਪਰ ਕਮਾਲ ਦੀ ਗੱਲ ਹੈ, ਤੀਜੇ ਚੌਥੇ ਦਿਨ ਕੋਈ ਨਾ ਕੋਈ ਇਦਾਂ ਦਾ ਚੰਦ ਜਿਹੜਾ ਨਾ ਬਾਹਰ ਆ ਜਾਂਦਾ। ਨਹੀਂ ਪਰ ਮੈਂ ਨਾ ਬਲਿਹਾਰੇ ਤੇ ਉਹਨਾਂ ਦੇ ਜਾਓ ਸਭ ਤੋਂ ਪਹਿਲਾਂ ਜਿੰਨਾ ਇਦਾਂ ਦੇ ਭਰਤੀ ਕੀਤੇ, ਵਾਹ ਜੀ ਵਾਹ, ਹੈ ਨਾ। ਸਵਾਲ ਤੇ ਹੈ ਨਾ ਵੀ ਬੰਦਾ ਨਹੀਂ ਤੇ ਸੋਚਦਾ ਵੀ ਯਾਰ ਛਾਂਟ ਕੇ ਬੰਦੇ ਲਿਆਉਣੇ ਆ, ਤੇ ਉਹ ਪਤਾ ਨਹੀਂ ਕਿਹੋ ਜਿਹਾ ਹੋਵੇ ਕਿਹੋ ਜਿਹਾ ਨਾ ਹੋਵੇ, ਹੈ ਨਾ। 100 ਤਰ੍ਹਾਂ ਦੀ ਸਕਰੂਟਨੀ ਕਰਦੀਆਂ ਨੇ ਸਿਆਸੀ ਪਾਰਟੀਆਂ ਵੀ, ਪਰ ਉਹਨਾਂ ਨੇ ਦੇਖੋ ਫਾਰਮ ਕਿਹੋ ਜਿਹਾ ਰੱਖਿਆ ਹੋਊਗਾ ਵੀ ਯਾਰ ਇਦਾਂ ਜਿਹਦਾ ਕੋਈ ਇੱਕਰਾ ਜਿੱਦਾਂ ਉਹ ਨਹੀਂ ਕੱਢਦੇ ਮੂੰਹ 'ਚ ਤੇਲ ਜਿਹਾ ਪਾ ਕੇ ਅੱਗ ਜੀ, ਇਹ ਵੇਖੋ ਕਿਹੜਾ ਦੂਰ ਤੱਕ ਕੱਢਦਾ, ਇਹ ਰੱਖੀਏ ਪਾਰਟੀ 'ਚ। ਨਹੀਂ ਇਦਾਂ ਵੀ ਹੋ ਸਕਦਾ, ਕਈ ਵਾਰੀ ਹੁੰਦਾ ਕਿ 10 ਸਵਾਲ ਪੁੱਛਣੇ ਆ ਫਿਰ ਦੇਖਣਾ ਬੰਦਾ ਕੰਮ ਦਾ, ਦੂਜੇ ਸਵਾਲ ਦੀ ਬੰਦਾ ਕਹਿੰਦਾ ਇਹਦਾ ਲੱਗ ਗਿਆ ਹੀ ਪਤਾ ਵੀ ਇਹ ਰੱਖ ਲਓ, ਇਹ ਫਿੱਟ ਆ। ਹੋਰ ਦੇਖੋ ਤੁਸੀਂ ਪੰਜਾਬ ਵਾਲੇ ਪਾਸੇ ਆ ਜਾਓ, ਤੁਸੀਂ ਪੂਨੇ ਚਲੇ ਗਏ ਸੀ। ਨਹੀਂ ਹੁਣ ਪ੍ਰਧਾਨ ਮੰਤਰੀ ਸਾਹਿਬ ਦੇ ਮੰਦਿਰ ਦੀ ਗੱਲ ਨਾ ਮੈਂ ਕਰਨੀ, ਮੈਂ ਤਾਂ ਕਹਿੰਦਾ ਪਹਿਲੇ ਨੰਬਰ ਤੇ ਰੱਖੀ, ਮੂਰਤੀ ਚੁੱਕਤੀ ਉਹਦੀ, ਨਾ ਮੈਂ ਗੱਲ ਕਰਦਾ। ਨਹੀਂ ਗੱਲ ਕਰਨੀ ਤੁਹਾਡੇ ਲਈ ਤਾਂ ਬਹੁਤ ਜ਼ਰੂਰੀ ਆ, ਆਹੋ ਨਾ ਕਰੋ ਤਾਂ ਫਿਰ ਔਖਾ ਹੋ ਜਾਂਦਾ, ਪਾਂਡਾ ਲੈਣ ਜਿੱਤਨੇ। ਸੰਧਾਲੀਆ ਸਾਹਿਬ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ, ਉਹਨਾਂ ਨੇ ਕਿਹਾ ਕਿ ਦੇਖੋ ਜੀ ਅਸੀਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ, ਹਾਲਾਤਾਂ ਨੂੰ ਮੁੱਖ ਰੱਖਦੇ ਹੋਏ, ਬੱਚਿਆਂ ਨੂੰ ਚਾਂਸ ਦੇਣ ਦੀ ਗੱਲ ਆਪਣੇ ਮਨ ਦੇ ਵਿੱਚ ਰੱਖਦੇ ਹੋਏ, ਪੰਜਾਬ ਦੇ ਸਰਕਾਰੀ ਕਾਲਜ ਜਿਹੜੇ 60 ਹੋ ਚੱਲੇ ਆ ਉਹਨਾਂ ਦੇ ਵਿੱਚ ਦਾਖਲਾ ਅਗਸਤ ਮਹੀਨੇ ਦੀ ਆਖਰੀ ਤਰੀਕ ਤੱਕ ਵਧਾ ਦਿੱਤਾ ਕਿ ਜਿਹੜੇ ਬੱਚੇ ਅਜੇ ਤੱਕ ਦਾਖਲ ਨਹੀਂ ਹੋ ਸਕੇ ਉਹ ਬੱਚੇ ਤੁਸੀਂ 31 ਅਗਸਤ ਤੱਕ ਜਾ ਕੇ ਭਾਈ ਦਾਖਲ ਹੋ ਜਾਓ। ਬਹੁਤ ਵਧੀਆ, ਜੇ ਕੋਈ ਬੱਚਾ ਮੰਨ ਲਓ ਰਹਿ ਗਿਆ ਤਾਂ ਦਾਖਲ ਹੋ ਸਕਦਾ। ਤੇ ਇਹ ਵੀ ਕਹਿਤਾ ਕਿ ਫਿਜ਼ੀਕਲੀ ਪ੍ਰੈਜ਼ੈਂਸ ਦੀ ਲੋੜ ਨਹੀਂ ਹੈ, ਆਹ ਵੈਬ ਪੋਰਟਲ ਹੈਗਾ, ਇਹਦੇ ਉੱਤੇ ਜਾਣਾ ਤੁਸੀਂ, ਆਪਦੇ ਜਿਹੜੇ ਸਰਟੀਫਿਕੇਟ ਪੁਰਾਣੇ ਹੈਗੇ ਉਹਦੇ ਉੱਤੇ ਅਪਲੋਡ ਕਰ ਦੇਣੇ ਆ, ਆਨਲਾਈਨ ਦਾਖਲਾ ਹੋ ਜੂ। 40-42 ਹਜ਼ਾਰ ਨਿਆਣੇ ਕਹਿੰਦੇ ਦਾਖਲ ਹੋ ਚੁੱਕੇ ਆ। ਮੈਨੂੰ ਐ ਲੱਗਦਾ ਸੀ ਕਿ ਫਾਰਮ 2 ਚਾਹੀਦੇ ਸੀ, ਪੋਰਟਲ 2 ਚਾਹੀਦੇ ਸੀ। ਇਹ ਤਾਂ ਬਹੁਤ ਚੰਗਾ ਕੀਤਾ ਕੈਪਟਨ ਸਾਹਿਬ ਨੇ, ਮੁੱਖ ਮੰਤਰੀ ਨੇ। ਪੰਜਾਬ ਦੇ ਬੱਚਿਆਂ ਦਾ ਫਿਕਰ ਹੈ ਉਹਨਾਂ ਨੂੰ ਕਿ ਭਾਈ ਤੁਸੀਂ ਦਾਖਲ ਹੋਵੋ। ਇੱਕ ਪੋਰਟਲ ਹੋਰ ਚਾਹੀਦਾ ਸੀ ਅਧਿਆਪਕਾਂ ਦੇ ਦਾਖਲੇ ਦਾ, ਲੈਕਚਰਾਰਾਂ ਦੇ ਦਾਖਲੇ ਦਾ, ਕਿਉਂਕਿ ਜਿਹੜੇ ਸਰਕਾਰੀ ਕਾਲਜਾਂ ਦੇ ਵਿੱਚ ਕੈਪਟਨ ਸਾਹਿਬ ਦਾਖਲੇ ਕਰਾ ਰਹੇ ਆ, ਬੱਚਿਆਂ ਨੇ ਤਾਂ ਚਲੇ ਜਾਣਾ, ਫਿਜ਼ੀਕਲੀ ਪ੍ਰੈਜ਼ੈਂਸ ਤੋਂ ਬਿਨਾਂ ਦਾਖਲਾ ਤਾਂ ਹੋ ਜਾਊਗਾ, ਪਰ ਜੇ ਅਧਿਆਪਕ ਫਿਜ਼ੀਕਲੀ ਪ੍ਰੈਜ਼ੈਂਟ ਨਾ ਹੋਇਆ, ਸਰੀਰਕ ਤੌਰ ਦੇ ਉੱਤੇ ਕਮਰੇ 'ਚ ਖਲੋਇਆ ਹੀ ਨਾ, ਉਹਨੇ ਪੜ੍ਹਾਇਆ ਹੀ ਨਾ, ਤੇ ਆ ਜਿਹੜੇ 40-42 ਹਜ਼ਾਰ ਬੱਚਿਆਂ ਨੇ ਦਾਖਲਾ ਲੈ ਲਿਆ, ਇਹਨਾਂ ਦਾ ਕੰਮ ਕਿੱਦਾਂ ਚੱਲੂ? ਇਸ ਕਰਕੇ ਚੰਗਾ ਹੋਵੇ ਜੇ ਪੰਜਾਬ ਦੀ ਸਰਕਾਰ ਇੱਕ ਵੈਬ ਪੋਰਟਲ ਹੋਰ ਖੋਲ ਦੇਵੇ, ਉਹਦੇ ਉੱਤੇ ਵੀ ਕਹਿ ਦੇਵੇ ਕਿ ਭਾਈ 31 ਤੱਕ ਦਾਖਲੇ ਹੈ, 29 ਤਰੀਕ ਤੱਕ ਜਿਹੜੇ ਬੰਦੇ ਕਾਲਜ ਦੇ ਵਿੱਚ ਪੜ੍ਹਾਉਣ ਦੇ ਯੋਗ ਆਪਣੇ ਆਪ ਨੂੰ ਸਮਝਦੇ ਆ, ਡਿਗਰੀਆਂ ਹੈਗੀਆਂ, ਟੈਸਟ ਪਾਸ ਕੀਤੇ ਆ, ਸਾਨੂੰ ਇਹਦੇ ਉੱਤੇ ਤੁਸੀਂ ਆ ਕੇ ਆਪਣੀਆਂ ਸਰਟੀਫਿਕੇਟ, ਡਿਗਰੀਆਂ, ਡਿਪਲੋਮੇ ਭੇਜ ਦਿਓ, 29 ਤੱਕ ਦੇ ਦਿਓ, 30 ਨੂੰ ਅਸੀਂ ਭਰਤੀ ਕਰ ਲੈਣੀ ਆ, 31 ਤੱਕ ਬੱਚੇ ਦਾਖਲ ਹੋ ਜਾਣੇ ਆ, ਸਤੰਬਰ ਦੀ ਪਹਿਲੀ ਤਰੀਕ ਤੋਂ ਅਸੀਂ ਕਲਾਸਾਂ ਲਵਾ ਦੇਣੀਆਂ। ਨਹੀਂ ਤਾਂ ਖਾਲੀ ਬਿਲਡਿੰਗ 'ਚ ਡਾਇਸ ਪਿਆ, ਬਲੈਕ ਬੋਰਡ ਪਿਆ, ਬਲੈਕ ਬੋਰਡ ਦੇ ਕੋਲੇ ਜਿਹੜਾ ਚੌਕ ਪਿਆ ਉਹ ਅਧਿਆਪਕ ਦੇ ਹੱਥ ਨੂੰ ਤਰਸੂਗਾ। ਬੱਚਿਆਂ ਦੇ ਕੰਨਾਂ ਦੇ ਵਿੱਚ ਅਧਿਆਪਕ ਦੀ ਜੇ ਹਾਕ ਹੀ ਨਾ ਪਈ, ਆਵਾਜ਼ ਹੀ ਨਾ ਪਈ, ਲੈਬੋਰਟਰੀ ਦੇ ਵਿੱਚ ਕੋਈ ਬੰਦਾ ਲੱਭਾ ਹੀ ਨਾ, ਤਾਂ ਫਿਰ ਤਾਂ ਭਾਵੇਂ 31 ਕੀ ਆ 30, 32, 29 ਸਤੰਬਰ ਤੱਕ ਵੀ ਦਾਖਲੇ ਵਧਾ ਦਿਓ, ਫਾਇਦਾ ਕੋਈ ਨਹੀਂ। ਕਲਾਸਰੂਮ ਦਾ ਦ੍ਰਿਸ਼ ਤੁਸੀਂ ਪੂਰਾ ਨਹੀਂ ਖਿੱਚਿਆ। ਦੇਖੋ ਸਰਕਾਰੀ ਕਾਲਜ ਹੈ, ਜਦੋਂ ਸਰਕਾਰੀ ਕਾਲਜ ਦਾ ਕਲਾਸਰੂਮ ਹੋਵੇ ਨਾ ਜੀ, ਤੇ ਉੱਥੇ ਇਕੱਲਾ ਡਾਇਸ ਥੋੜਾ ਹੁੰਦਾ, ਡਾਇਸ ਤੇ ਮੁੱਦਾ ਵੱਜਾਂ ਦਾ ਕਿਤੇ ਨਾ ਕਿਤੇ। ਫਿਰ ਉਸ ਤੋਂ ਬਾਅਦ ਜੇ ਤੁਸੀਂ ਕਲਾਸ ਦੇ ਵਿੱਚ ਬੈਠੋ ਤੇ ਪਹਿਲਾਂ ਤੁਹਾਨੂੰ ਕੱਪੜਾ ਜਾਂ ਕਾਗਜ਼ ਬਾਹਰੋਂ ਖੜਨਾ ਪੈਣਾ, ਕਿਉਂਕਿ ਸੋਖਣਾ ਜਿਹੜਾ ਉੱਤੇ ਘਟਾ ਪਿਆ, ਖੇ ਪਈ ਇੰਨੇ ਚਿਰ ਦੀ, ਉਹ ਵੀ ਤੇ ਸਾਫ਼ ਕਰਨੀ ਕਿ ਨਹੀਂ। ਫਿਰ ਤੁਸੀਂ ਉੱਥੇ ਬੈਠ ਕੇ ਅੱਧੇ ਕੁ ਮਿੰਟ ਦੀ ਸ਼ਾਂਤੀ ਰੱਖਣੀ ਹੈ ਜੀ, ਨਾਲ ਹੀ ਤੁਹਾਡੇ ਕੰਨਾਂ 'ਚ ਆਵਾਜ਼ ਪੈਣੀ ਹੈ, ਉਹ ਜਿਹੜੀ ਉਹਨੇ ਉਹ ਗੁਲਾਬੀ ਕਿਉਂ ਕਹਿੰਦੀ ਹੁੰਦੀ, ਇੱਥੇ ਤੁਸੀਂ ਆਵਾਜ਼ ਪਾ ਦਿਓ ਕਬੂਤਰਾਂ ਦੀ। ਉਹ ਜਿਹੜੀ ਕਬੂਤਰਾਂ ਦੀ ਆਵਾਜ਼ ਪੈਣੀ, ਕਿਉਂਕਿ ਵਿਹਲੇ ਉੱਥੇ ਹੁਣ ਕਮਰੇ 'ਚ ਕਬੂਤਰ ਤੇ ਹੈ ਹੀ ਆ ਨਾ। ਹੁਣ ਦੇਖੋ ਕਬੂਤਰਾਂ ਨੇ ਤੇ ਜਿਨ੍ਹਾਂ ਨੇ ਪੀੜ੍ਹੀਆਂ ਦੀਆਂ ਪੀੜ੍ਹੀਆਂ ਉੱਥੇ ਕੱਢ ਲਈਆਂ, ਉਹਨਾਂ ਨੇ ਤੇ ਅਚਾਨਕ ਬੰਦੇ ਵੇਖ ਕੇ ਆਖਣਾ ਯਾਰ ਇਹ ਅੱਜ ਪਤਾ ਨਹੀਂ ਕਿੱਧਰੋਂ ਆ ਗਏ, ਇਹ ਕੀ ਹਿਸਾਬ ਤਾਂ ਵੀ ਇੱਥੇ ਕਿਉਂ ਇਹ ਬੰਦੇ, ਵੈਸੇ ਤੇ ਖਾਲੀ ਹੁੰਦਾ ਹੈ। ਹੁਣ ਉਹ ਪੂਰਾ ਦ੍ਰਿਸ਼ ਬਣਾਓ ਤੁਸੀਂ ਵੀ ਉੱਥੇ ਭਾਈ ਸਾਹਿਬ ਜਿਹੜੇ ਕਬੂਤਰ ਨੇ ਉਹਨਾਂ ਦੇ ਬੱਚੇ ਵੀ ਹੋ ਸਕਦੇ, ਆਂਡੇ ਵੀ ਹੋ ਸਕਦੇ ਆ, ਉਹਨਾਂ ਦਾ ਵੀ ਖਿਆਲ ਰੱਖਣਾ। ਸੋ ਫਿਰ ਉਸ ਤੋਂ ਬਾਅਦ ਜੇ ਉਹਨਾਂ ਨੂੰ ਲੱਗੇ ਵੀ ਜਿੰਨਾ ਕੁ ਸਾਫ਼ ਇਹ ਮਤਲਬ ਕਲਾਸਰੂਮ ਹੈ, ਉਹਨਾਂ ਕੀ ਸਾਫ਼ ਸਾਡਾ ਭਵਿੱਖ ਹੈ, ਬਿਲਕੁਲ ਸ਼ੀਸ਼ੇ। ਨਹੀਂ ਮੈਂ ਹੈਰਾਨ ਹਾਂ ਸੰਧਾਲੀਆ ਸਾਹਿਬ ਕਿ
ਕੋਈ ਤਾਂ ਬੋਲੇ, ਕੋਈ ਵਿਰੋਧੀ ਧਿਰ ਵਾਲਾ ਵੀ ਨਹੀਂ ਬੋਲਦਾ ਇਸ ਮੁੱਦੇ ਦੇ ਉੱਤੇ ਕਿ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਹੈ ਤੇ ਉਹਨਾਂ ਦੇ ਨਾਲ ਲੱਖਾਂ ਪੰਜਾਬ ਦੇ ਲੋਕਾਂ ਦਾ ਭਵਿੱਖ ਜੁੜਿਆ। ਨਾ, ਲੋੜ ਹੀ ਨਹੀਂ। ਕੋਈ ਬੰਦਾ ਸਮਝ ਕੇ ਰਾਜ਼ੀ ਨਹੀਂ ਕਿ ਭਾਈ ਕਾਲਜ ਦੇ ਵਿੱਚ ਪੜ੍ਹਾਉਣ ਵਾਲਾ ਬੰਦਾ ਵੀ ਚਾਹੀਦਾ। ਹੁਣ ਤੁਸੀਂ ਹੋਰ ਦੇਖੋ, ਪੰਜਾਬ ਦੇ ਲੋਕਾਂ ਨੇ ਘਰਾਂ ਦੇ ਵਿੱਚੋਂ ਪਤਾ ਨਹੀਂ ਕਦੋਂ ਨਿਕਲਣਾ, ਇੰਨਾ ਕੱਚਾ ਕੰਮ ਆ। ਜੇ ਪਾਣੀਆਂ ਦੇ ਮੁੱਦੇ ਦੇ ਉੱਤੇ ਪੰਜਾਬ ਸਰਕਾਰ ਨੇ ਪੱਖ ਰੱਖਣਾ, ਅਸੀਂ ਉੱਥੋਂ ਹਟ ਜਾਂਦੇ ਹਾਂ। ਜੇ ਬੇਅਦਬੀ ਵਾਲੇ ਮੁੱਦੇ ਤੇ ਕੋਈ ਗੱਲ ਚੱਲਦੀ, ਅਸੀਂ ਉੱਥੋਂ ਡਿੱਗ ਪੈਂਦੇ ਹਾਂ। ਕੋਈ ਵੀ ਪੰਜਾਬ ਦਾ ਮਸਲਾ ਹੋਵੇ, ਅਸੀਂ ਆਪਣਾ ਪੱਖ ਚੰਗੀ ਤਰ੍ਹਾਂ ਰੱਖ ਹੀ ਨਹੀਂ ਪਾਉਂਦੇ, ਸਰਕਾਰ ਭਾਵੇਂ ਕੋਈ ਵੀ ਹੋਵੇ। ਹੁਣ ਤੁਸੀਂ ਦੇਖੋ, ਇੱਕ ਸਰਬਦੀਪ ਸਿੰਘ ਵਿਰਕ ਹੁੰਦੇ ਸੀ ਪੰਜਾਬ ਦੇ ਸਾਬਕਾ ਪੁਲਿਸ ਮੁਖੀ, ਮਹਾਰਾਸ਼ਟਰ ਦੇ ਵਿੱਚ ਵੀ ਪੁਲਿਸ ਦੇ ਉੱਚ ਅਹੁਦੇ ਤੇ ਰਹੇ। ਉਹਨਾਂ ਦੀ ਇੱਕ ਵਾਰੀ ਗ੍ਰਿਫਤਾਰੀ ਹੋਈ ਸੀ ਤਾਂ ਗ੍ਰਿਫਤਾਰੀ ਦੇ ਵੇਲੇ ਪੰਜਾਬ ਪੁਲਿਸ ਦੇ ਜਿਹੜੇ ਮੁਖੀਆ ਹੁੰਦੇ ਸੀ, ਵਿਜੀਲੈਂਸ ਨੇ ਉਹ ਫੜ ਲਏ। ਗਏ ਤਾਂ ਪੇਸ਼ ਹੋਣ ਸੀ ਕਿ ਭਾਈ ਤੁਸੀਂ ਪੁੱਛਗਿੱਛ ਕਰ ਲਓ, ਜਿਹੜੀ ਵੀ ਜਾਂਚ ਦੇ ਵਿੱਚ ਮੈਂ ਸ਼ਾਮਿਲ ਹੁੰਨਾ। ਉਹਨਾਂ ਨੇ ਫਿਰ ਕਿਹਾ ਸੁਮੇਧ ਸੈਣੀ ਹੋਰਾਂ ਨੂੰ ਕਿ ਭਾਈ ਤੁਸੀਂ ਬਹਿ ਜਾਓ, ਇੱਥੇ ਗ੍ਰਿਫਤਾਰੀ ਪਾ ਲਈ ਆ, ਬਾਕੀ ਚਲੇ ਜਾਓ। ਹੁਣ ਕਿੰਨਾ ਲੰਮਾ ਚੌੜਾ ਕੰਮ ਚੱਲਿਆ। ਉਹਨਾਂ ਦਾ ਰਿਮਾਂਡ ਲੈਣ ਦੇ ਲਈ ਮੋਹਾਲੀ ਦੀ ਅਦਾਲਤ ਦੇ ਵਿੱਚ ਜਦੋਂ ਵਿਜੀਲੈਂਸ ਵਾਲੇ ਲੈ ਕੇ ਗਏ, ਉਸੇ ਵਿਜੀਲੈਂਸ ਦੇ ਕਦੇ ਸੁਮੇਧ ਸੈਣੀ ਹੋਰੀ ਹੈੱਡ ਹੁੰਦੇ ਸੀ। ਉਹ ਜਦੋਂ ਲੈ ਕੇ ਗਏ ਉਹਨਾਂ ਨੂੰ, ਤੇ ਉਨੀ ਦੇਰ ਨੂੰ ਉਹਨਾਂ ਦਾ ਪਰਿਵਾਰ ਤੇ ਉਹਨਾਂ ਦੇ ਸਾਥੀ ਹਾਈ ਕੋਰਟ ਪਹੁੰਚ ਗਿਆ ਸੀ। ਜੀ ਦੇਖੋ, ਸਾਡਾ ਬੰਦਾ ਤਾਂ ਜਾਂਚ ਦੇ ਵਿੱਚ ਸ਼ਾਮਿਲ ਹੋਣ ਗਿਆ ਸੀ, ਉਹਨਾਂ ਨੂੰ ਗਲਤ ਤਰੀਕੇ ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਜਿਹੜਾ ਬੰਦਾ ਖੁਦ ਜਾਂਚ ਦੇ ਵਿੱਚ ਸ਼ਾਮਿਲ ਹੁੰਦਾ, ਉਹਨੂੰ ਇਸ ਤਰੀਕੇ ਗ੍ਰਿਫਤਾਰ ਕਰਨਾ ਬਿਲਕੁਲ ਗਲਤ ਹੈ, ਇਹ ਤਾਂ ਕਿਹੜ ਕੱਢੀ ਜਾ ਰਹੀ ਹੈ। ਹਾਈ ਕੋਰਟ ਨੇ ਕਹਿਤਾ ਕਿ ਭਾਈ ਠੀਕ ਹੈ, ਅਸੀਂ ਸੁਣਵਾਈ ਕਰ ਰਹੇ ਹਾਂ, 2-4 ਘੰਟੇ ਸਾਨੂੰ ਲੱਗਣੇ ਆ, ਇੱਦਾਂ ਕਰੋ ਉਨੀ ਦੇਰ ਤੱਕ ਅਜੇ ਹੇਠਲੀ ਅਦਾਲਤ 'ਚ ਰਹੇ। ਰਾਤ ਦੇ 11:30-12 ਵੱਜ ਗਏ। ਹੇਠਲੀ ਅਦਾਲਤ ਵਾਲੇ ਹਾਈ ਕੋਰਟ ਦਾ ਹੁਕਮ ਹੈ ਕਿ ਭਾਈ ਸਾਡੇ ਸੁਣਵਾਈ ਚੱਲ ਰਹੀ ਹੈ, ਨਾ ਜੱਜ ਸਾਹਿਬ ਜਾਣ। ਸੁਮੇਧ ਸੈਣੀ ਹੋਰੀ ਵੀ 12-13 ਘੰਟੇ ਉਸੇ ਮੋਹਾਲੀ ਦੀ ਅਦਾਲਤ ਦੇ ਵਿੱਚ ਹੀ ਅੰਦਰਲੇ ਪਾਸੇ ਬੈਠੇ, ਕੈਮਰਾਮੈਨ ਬਾਹਰ ਕੱਢ ਦਿੱਤੇ, ਪੱਤਰਕਾਰ ਬਾਹਰ ਕੱਢ ਦਿੱਤੇ ਕਿ ਭਾਈ ਹੁਣ ਕੱਢਣੇ ਹੀ ਪੈਣੇ ਆ, ਵੱਡਾ ਕੇਸ ਹੈ। ਅਗਲਿਆਂ ਨੇ ਚਿੱਟਾ ਕੁੜਤਾ ਪਜਾਮਾ ਪਾਇਆ, ਮੂੰਹ ਦੇ ਉੱਤੇ ਰੁਮਾਲ ਬੰਨਿਆ ਸੀ, ਫਿਰ ਵੀ ਮੋਬਾਈਲ ਦੇ ਨਾਲ ਕਈਆਂ ਨੇ ਫੋਟੋ ਖਿੱਚ ਕੇ ਬਾਹਰ ਭੇਜ ਦਿੱਤੀਆਂ। ਸੰਧਾਲੀਆ ਸਾਹਿਬ ਇੱਕ ਸਿੰਗਲ ਬੈਂਚ ਨੇ ਸੁਣਵਾਈ ਕੀਤੀ ਹਾਈ ਕੋਰਟ 'ਚ, ਦੂਸਰੀ ਨੇ, ਤੀਸਰੀ ਨੇ, ਤੇ ਬਾਅਦ ਵਿੱਚ ਪਤਾ ਲੱਗਿਆ ਕਿ ਉਹਨਾਂ ਨੇ ਵਿਜੀਲੈਂਸ ਵਾਲਿਆਂ ਨੂੰ ਕਿਹਾ ਕਿ ਭਾਈ ਕਾਹਨੂੰ ਫੜਿਆ, ਗਲਤ ਹੈ, ਇਦਾਂ ਥੋੜੀ ਗੱਲ ਹੁੰਦੀ ਹੈ। ਹੁਣ ਸਵਾਲ ਹੁੰਦਾ ਕਿ ਜੇ ਵਸੀਲਿਆਂ ਤੋਂ ਵੱਧ ਆਮਦਨ ਦੀ ਵੀ ਗੱਲ ਹੈ, ਕਦੇ ਮੁਲਤਾਨੀ ਵਾਲਾ ਕੇਸ ਆ ਜਾਂਦਾ ਕਿ ਜਿਹਦੇ ਬਾਬਤ 2-3 ਗਵਾਹਾਂ ਨੇ ਕਿਹਾ ਸੀ ਜੀ ਥਾਣੇ 'ਚ ਉਹਦੀ ਹਾਲਤ ਬਹੁਤ ਬੁਰੀ ਸੀ, ਬਾਅਦ ਵਿੱਚ ਕਾਗਜ਼ਾਂ 'ਚ ਪੇਸ਼ ਕਰ ਦਿੱਤਾ ਕਿ ਭਾਈ ਉਹ ਮਾਝੇ ਲੋਕ ਕਿਤੋਂ ਭੱਜਿਆ। ਕਦੇ ਉਹ ਦੂਸਰਾ ਕੇਸ ਆ ਜਾਂਦਾ ਜਿਸ ਕੇਸ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਨਾਲ ਸਾਰਾ ਕੁਝ ਤਾਣਾ ਬਾਣਾ ਜੁੜਦਾ, ਕਿਉਂਕਿ ਆਖਰਕਾਰ ਅਕਾਲੀ ਭਾਜਪਾ ਦੀ ਸਰਕਾਰ ਦੇ ਵੇਲੇ ਇਹਨਾਂ ਨੂੰ ਵੱਡਾ ਅਹੁਦਾ ਦਿੱਤਾ ਸੀ। ਉਹਨਾਂ ਦੀ ਸਰਕਾਰ ਦੇ ਵੇਲੇ ਬੇਅਦਬੀ ਤੋਂ ਬਾਅਦ ਜਿਹੜੀਆਂ ਘਟਨਾਵਾਂ ਵਾਪਰੀਆਂ, ਫਿਰ ਇਹਨਾਂ ਨੂੰ ਲਾਂਭੇ ਕਰਨਾ ਪਿਆ। ਉਹ ਜਦੋਂ ਗੋਲੀ ਚੱਲੀ ਹੈ, ਜਦੋਂ ਪੱਤਰੇ ਅੰਗ ਖਿਲਾਰੇ ਗਏ ਆ, ਜਦੋਂ ਬੇਅਦਬੀ ਕੀਤੀ ਗਈ ਹੈ, ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਹੋਇਆ, ਮੁਖੀਆ ਇਹ ਸਨ। ਉਸ ਕੇਸ ਦੇ ਵਿੱਚ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਰੌਲਾ ਬਹੁਤ ਪਿਆ, ਪਰ ਜੇ ਗ੍ਰਿਫਤਾਰੀ 4.5 ਸਾਲ ਹੋਈ ਨਾ, ਕੈਪਟਨ ਸਾਹਿਬ ਕਹਿੰਦੇ ਸੀ ਕਿ ਭਾਈ ਕਾਬੂ ਕਰਾਂਗੇ, 4.5 ਸਾਲ ਨਹੀਂ ਹੋਏ। ਜੇ ਹੋਏ ਤਾਂ ਕੰਮ ਕਿੱਥੇ ਕੱਚਾ ਰਹਿ ਗਿਆ ਕਿ ਵਿਜੀਲੈਂਸ ਵਾਲਿਆਂ ਨੂੰ ਝਾੜ ਵੀ ਪਈ ਕਿ ਭਾਈ 7 ਦਿਨ ਪਹਿਲਾਂ ਇਹਨਾਂ ਨੂੰ ਨੋਟਿਸ ਦੇਣਾ, ਯਾਨੀ ਕਿ ਤੁਸੀਂ ਫੜ ਕੇ ਰਿਮਾਂਡ ਮੰਗਦੇ ਹੋ, ਤੁਹਾਡੇ ਕੋਲੇ ਕੋਈ ਪ੍ਰੂਫ ਤਾਂ ਹੋਏਗਾ, ਤੁਹਾਡੇ ਕੋਲੇ ਕੋਈ ਜ਼ਮੀਨ ਤਾਂ ਹੋਏਗੀ, ਕੋਈ ਗਰਾਊਂਡ, ਕੋਈ ਬੇਸ ਤਾਂ ਹੋਏਗਾ। ਇੱਕ ਵਾਰੀ ਫਿਰ ਜਿਸ ਤਰੀਕੇ ਸਰਕਾਰੀ ਧਿਰ ਮੁੱਧੜੇ ਨੂੰ ਡਿੱਗੀ ਹੈ ਨਾ, ਕਿਤੇ ਨਾ ਕਿਤੇ ਕੱਚਾਪਣ, ਕਿਤੇ ਨਾ ਕਿਤੇ ਕਮਜ਼ੋਰੀ, ਕਿਤੇ ਨਾ ਕਿਤੇ ਹੋਮਵਰਕ ਦੀ ਘਾਟ ਲੋਕਾਂ ਨੂੰ ਰੜਕੀ ਬਹੁਤ ਹੈ। ਸੰਧਾਲੀਆ ਸਾਹਿਬ ਦੇਖੋ, ਗੱਲ ਪਤਾ ਕੀ ਹੈ ਬਾਠ ਸਾਹਿਬ, ਇਹ ਵੀ ਕੰਮ ਉੱਦਾਂ ਦਾ ਹੀ ਹੋਇਆ ਪਿਆ। ਹੁਣ ਜੇ ਮੈਂ ਮਤਲਬ ਜੇ ਆਪਾਂ ਪਿਕਚਰ ਬਣਾਉਣੀ ਹੋਵੇ, ਤਸਵੀਰ ਬਣਾਉਣੀ ਹੋਵੇ ਨਾ, ਤੇ ਪੰਜਾਬ ਜਾਂ ਪੰਜਾਬ ਦੇ ਜਿਹੜੇ ਸਰਕਾਰੀ ਕੰਮ ਹੈ ਨਾ, ਇਹਨੂੰ ਆਪਾਂ ਇਦਾਂ ਕਹਿ ਸਕਦੇ ਹਾਂ ਵੀ ਜਿੱਦਾਂ ਪੁਰਾਣਾ ਰਿਕਾਰਡ ਰੂਮ ਨਹੀਂ ਹੁੰਦਾ, ਪੁਰਾਣੇ ਕਿਸੇ ਰਿਕਾਰਡ ਰੂਮ 'ਚ ਤੁਸੀਂ ਚਲੇ ਜਾਓ ਤੇ ਅਲਮਾਰੀਆਂ ਭਰੀਆਂ ਹੁੰਦੀਆਂ ਫਾਈਲਾਂ ਦੀਆਂ, ਕੋਈ ਪੀਲੇ ਪੱਤਰੇ ਹੋਏ ਆ, ਕਿਤੇ ਮੂਧੀਆਂ ਹੋਈਆਂ ਫਾਈਲਾਂ, ਕਿਤੇ ਚੂਹੇ ਨੇ ਕੁਤਰੀਆਂ, ਕਿਤੇ ਕੋਈ ਚਿੜੀਆਂ ਨੇ ਆਲਣਾ ਪਾ ਕੇ ਉੱਤੇ ਆਂਡੇ ਦਿੱਤੇ ਆ, ਹੈ ਨਾ, 5-4 ਲਾਲ ਜੇ ਕੱਪੜੇ 'ਚ ਪੰਡਾਂ ਬੱਜੀਆਂ ਗਲੀ 'ਚ ਰੱਖੀਆਂ ਵੀ ਉਤੋਂ ਬੰਦਾ ਟੱਪ ਕੇ ਲੰਘਦਾ ਵੀ ਇਹ ਪਤਾ ਨਹੀਂ ਕਾਹਦੀ ਫਾਈਲ ਆ। ਉਹ ਹਾਲਾਤ ਹੈ ਇਸ ਵਕਤ ਪੰਜਾਬ 'ਚ। ਹੁਣ ਉਹਦੇ 'ਚੋਂ ਜਦੋਂ ਅਚਾਨਕ ਉਹ ਕਹਿੰਦਾ ਵੀ ਲੈ ਵੀ ਰਿਕਾਰਡ ਰੂਮ 'ਚੋਂ ਨਾ ਫਲਾਣੇ ਨੰਬਰ ਫਾਈਲ ਤੋਂ ਆਹ ਕੰਮ ਕਰ ਦਿਓ, ਹੁਣ ਜਿਹੜਾ ਬੰਦਾ ਜਿਹਨੂੰ ਚੇਤਾ ਹੀ ਨਹੀਂ ਵੀ ਕਿੱਥੇ ਫਾਈਲ ਪਈ ਆ, ਕਿੱਥੇ ਕਿਹੜਾ ਕੰਮ ਸੀ, ਕਿਹੜਾ ਨਹੀਂ ਸੀ, ਹੁਣ ਤੱਕ ਕੋਈ ਚੇਤਾ ਨਹੀਂ ਸੀ ਇਹਦਾ ਵੀ ਕੁਛ ਕਰਨਾ, ਉਹ ਉੱਥੇ ਰਿਕਾਰਡ ਰੂਮ 'ਚੋਂ ਜਾ ਕੇ ਜਿੰਨਾ ਕੁ ਕੁਛ ਮਿਲਦਾ ਮਾੜਾ ਮੋਟ ਕਾਗਜ਼ ਕੂਗਜ਼ ਜੇ ਝਾੜ ਕੇ 2-4 ਫੋਟੋ ਸਟੇਟਾਂ ਕਰਕੇ ਆਹ ਲਓ ਸਰ ਚੱਕ ਦਿੰਨੇ ਜੀ। ਤੇ ਚੱਕ ਕਾਹਦੇ ਨਾਲ ਦਿੰਨੇ? ਹੁਣ ਜਿਹੜਾ ਬੰਦਾ ਮੰਨ ਲਓ ਮੈਂ ਆ, ਮੈਨੂੰ ਪਤਾ ਵੀ ਭਾਈ ਸਾਹਿਬ ਮੈਂ ਕੱਲ੍ਹ ਨੂੰ ਫਸ ਸਕਦਾ, ਮੈਂ ਤੇ ਕੰਮ ਕੀਤਾ ਉਹ ਸਿੱਕੇ ਬੰਦ, ਤੇ ਜਿਹਦੀ ਧਿਰ ਨੇ ਮੈਨੂੰ ਘੇਰਨਾ ਉਸ ਧਿਰ ਕੋਲੇ ਕਾਗਜ਼ ਹੀ ਪੂਰੇ ਨਹੀਂ ਹੈਗੇ, ਤੇ ਫਿਰ ਆਪੇ ਉੱਥੋਂ ਬੰਦਾ ਕਿੱਥੋਂ ਘੇਰਿਆ ਜਾਣਾ। ਸੰਧਾਲੀਆ ਸਾਹਿਬ ਇੱਕ ਹੋਰ ਵੀ ਇਹਦਾ ਪ੍ਰਭਾਵ ਪੈਣਾ, ਪ੍ਰਭਾਵ ਉਹਨਾਂ ਲੋਕਾਂ ਦੇ ਉੱਤੇ ਵੀ ਪੈਣਾ ਜਿਹੜੇ ਬਹੁਤ ਲੰਬੇ ਸਮੇਂ ਤੋਂ ਇਨਸਾਫ ਉਡੀਕਦੇ ਆ ਇਹਨਾਂ ਸਾਰੇ ਮਸਲਿਆਂ 'ਚ। ਪ੍ਰਭਾਵ ਉਹਨਾਂ ਅਫਸਰਾਂ ਦੇ ਉੱਤੇ ਵੀ ਪੈਣਾ ਜਿਨ੍ਹਾਂ ਅਫਸਰਾਂ ਦੀ ਡਿਊਟੀ ਲੱਗਦੀ ਹੈ ਕਿ ਤੁਸੀਂ ਇਸ ਮਾਮਲੇ ਨੂੰ ਖੰਗਾਲਣਾ। ਪ੍ਰਭਾਵ ਵਕੀਲਾਂ ਦੇ ਉੱਤੇ ਵੀ ਪੈਣਾ, ਹਰ ਇੱਕ ਬੰਦੇ ਦੇ ਉੱਤੇ ਪੈਣਾ ਕਿ 4.5 ਸਾਲ ਹੋ ਗਿਆ। ਕਿੰਨੀ ਵਾਰੀ ਇਹ ਗੱਲ ਆਖੀ ਜਾਂਦੀ ਰਹੀ ਆ, ਨਹੀਂ ਜੀ ਅਸੀਂ ਭਾਲ ਕਰ ਰਹੇ ਹਾਂ,
ਉਦੋਂ ਤੱਕ ਉਹ ਅਦਾਲਤ ਤੋਂ ਕੋਈ ਨਾ ਕੋਈ ਰਾਹਤ ਲੈ ਕੇ ਆ ਜਾਂਦੇ ਆ। ਜਾਣੀ ਜੇ ਕਾਨੂੰਨ ਉਹਨਾਂ ਦੇ ਲਈ ਹੈ ਤਾਂ ਸਰਕਾਰ ਦੇ ਬੰਦਿਆਂ ਦੇ ਵੀ ਉਹੀ ਕਾਨੂੰਨ ਹੈ। ਜੇ ਉਹਨਾਂ ਨੂੰ ਪਤਾ ਕਿ ਇੱਥੇ ਕਾਨੂੰਨ ਦੀ ਅਸੀਂ ਇਸ ਘੁੰਡੀ ਨੂੰ ਫੜਾਂਗੇ ਤਾਂ ਸਾਨੂੰ ਰਾਹਤ ਮਿਲ ਜਾਣੀ ਹੈ, ਇਹਨਾਂ ਨੂੰ ਨਹੀਂ ਪਤਾ ਕਿ ਭਾਈ ਇੱਥੋਂ ਆਹ ਘੁੰਡੀ ਫੜਾਂਗੇ ਤਾਂ ਅਸੀਂ ਸਖਤੀ ਕਰ ਸਕਦੇ ਹਾਂ। ਪਰ ਕੁੱਲ ਮਿਲਾ ਕੇ ਪਿਛਲੇ 1.5 ਦਿਨ ਤੋਂ ਜਿਹੜੀ ਗੱਲ ਚੱਲਦੀ ਸੀ, ਲੈ ਬਈ ਹੁਣ ਕੰਮ ਹੋ ਗਿਆ, ਹੁਣ ਕੋਈ ਗੱਲ ਨਹੀਂ, ਹੁਣ ਪਤਾ ਲੱਗ ਜੂਗਾ, ਪਰ ਆਹ ਜਿਸ ਤਰੀਕੇ ਹਾਈ ਕੋਰਟ ਦਾ ਫੈਸਲਾ ਆ ਗਿਆ, ਉਹਦੇ ਤੋਂ ਬਾਅਦ ਇੱਕ ਵਾਰੀ ਫੇਰ ਲੋਕ ਗੱਲਾਂ ਤਾਂ ਕਰਦੇ ਆ ਕਿ ਭਾਈ ਕੰਮ ਜੇ ਦਿਲੋਂ ਕੀਤਾ ਜਾਂਦਾ ਤਾਂ ਰਿਜ਼ਲਟ ਹੋਰ ਹੋਣੇ ਸੀ, ਆ ਤਾਂ ਕੰਮ ਪੇਤਲੇ ਕੀਤਾ। ਨਹੀਂ, ਪੇਤਲਾ ਕੀਤਾ। ਹੁਣ ਤਾਂ ਵੈਸੇ ਵੀ ਕਲੀਅਰ ਕਹਿਤਾ ਨਾ ਅਦਾਲਤ ਨੇ ਵੀ ਭਾਈ ਸਾਹਿਬ 7 ਦਿਨ ਦਾ ਨੋਟਿਸ ਦੇਣਾ, ਫਿਰ ਜਾ ਕੇ ਹੱਥ ਲਾਉਣਾ, ਤੇ 7 ਦਿਨ ਤਾਂ ਬਹੁਤ ਹੁੰਦੇ ਆ। ਉਹ ਤੇ ਪਤਾ ਨਹੀਂ ਵੀ ਅਗਲਾ ਕਹਿੰਦਾ ਹਾਂਜੀ ਕਾਹਦਾ ਨੋਟਿਸ ਹੈ, ਤੁਸੀਂ ਬਈ ਇਸ ਦਿਨ ਨੂੰ ਨਾ ਇੱਥੇ ਬੈਠੇ ਸੀ, ਓਕੇ ਸਰ ਤੁਸੀਂ ਮੈਨੂੰ 7 ਦਿਨ ਦਿਓ। 7 ਦਿਨਾਂ ਦੇ ਵਿੱਚ ਜਿਵੇਂ ਮਰਜ਼ੀ ਕਿੱਥੇ ਬੈਠਾ ਸੀ, ਕਿੱਥੇ ਉੱਠਿਆ ਸੀ, ਕਿੱਥੇ ਖਲੋਤਾ ਸੀ, ਬੰਦਾ ਸਾਰੀ ਤਰ੍ਹਾਂ ਦੇ ਕਾਗਜ਼ ਬਣਾ ਕੇ ਕਹਿੰਦਾ ਆਹ ਲਓ ਜੀ ਚੱਕੋ ਕਾਗਜ਼। ਹੁਣ ਇਹ ਚਲੋ ਇਹ ਜਿਸ ਹਿਸਾਬ ਨਾਲ ਸਿਆਸਤਦਾਨ ਜਾਣਨ ਤੇ ਸਿਆਸਤਦਾਨਾਂ ਦੀ ਗਾਂਹ ਵਾਲੇ ਸਲਾਹਕਾਰ ਜਾਣਨ ਵੀ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਲੋਕਾਂ ਨੂੰ ਜਵਾਬ ਕੀ ਦੇਣਾ, ਪਰ ਜਿਹੜੇ ਹੁਣ ਲੋਕ ਸਿੱਧੇ ਸਵਾਲ ਜਵਾਬ ਕਰਨ ਲੱਗ ਪਏ, ਆਪਾਂ ਉਹਨਾਂ ਨਾਲ ਵੀ ਚੱਲੀਏ। ਕਿਉਂਕਿ ਸੁਖਬੀਰ ਬਾਦਲ ਸਾਹਿਬ ਨੇ ਜਿਹੜਾ ਉਹ ਕਿਹਾ ਕਿ ਭਾਈ ਸਾਹਿਬ 100 ਦਿਨ ਤੇ 100 ਹਲਕਾ ਜੀ, ਗੱਡੀ 'ਚ ਕਹਿੰਦੇ ਤੇਲ ਪਾ ਲੈਂਦੇ ਨੇ, ਤੜਕੇ ਟੈਂਕੀ ਫੁੱਲ ਹੁੰਦੀ ਹੈ, ਰਾਤ ਨੂੰ ਖਾਲੀ ਗੱਡੀ ਦੀ। ਉਹ ਕਹਿੰਦੇ ਵੀ ਜਿੱਥੇ ਵੀ ਜਾਣਾ ਭਾਈ ਸਾਹਿਬ ਉੱਥੇ ਤੇ ਇੱਕ ਤੇ ਨਵਾਂ ਉਮੀਦਵਾਰ ਦਾ ਐਲਾਨ ਕਰ ਦੇਣਾ, ਇੱਕ ਲੋਕਾਂ ਨੂੰ ਨਾਲ ਜੋੜਨਾ, ਜਿਹੜਾ ਕੋਈ ਸਵਾਲ ਪੁੱਛੇ ਕਹਿੰਦੇ ਆਪਾਂ ਜਵਾਬ ਦੇਣਾ। ਹੁਣ 2 ਵੀਡੀਓ ਜਿਹੜੀਆਂ ਨੇ ਜ਼ਿਆਦਾ ਚਰਚਾ 'ਚ ਨੇ, ਖੈਰ ਗੱਲ ਤਾਂ ਇੱਕ ਦਿਨ ਪਹਿਲਾਂ ਵੀ ਹੋਈ ਸੀ, ਜਿੱਦਣ ਪਹਿਲਾ ਦਿਨ ਸੀ ਉਸ ਦਿਨ ਜ਼ੀਰੇ ਹਲਕੇ 'ਚੋਂ ਲੰਘਦਿਆਂ ਦੂਰੋਂ ਸੀ ਝੰਡੀਆਂ 'ਚ ਮੁਰਦਾਬਾਦ ਮੁਰਦਾਬਾਦ ਹੋਈ, ਪਰ ਹੁਣ ਵੀਡੀਓਜ਼ ਜਿਹੜੀਆਂ 2 ਆਈਆਂ ਨੇ ਉਹਦੇ ਵਿੱਚ ਬਿਲਕੁਲ ਆਮੋ ਸਾਹਮਣੇ ਸਵਾਲ ਜਵਾਬ ਹੋਏ। ਸੋ ਮੈਂ ਚਾਹੁੰਦਾ ਵੀ ਆਪਾਂ ਦੋਵੇਂ ਜਿਹੜੀਆਂ ਵੀਡੀਓਜ਼ ਨੇ ਉਹਨਾਂ ਦਾ ਐਨਾਲਿਸਿਸ ਕਰ ਲਈ ਵੀ ਉਹਨਾਂ 'ਚੋਂ ਕੀ ਨਿਕਲਿਆ। ਸੰਧਾਲੀਆ ਸਾਹਿਬ, ਪਹਿਲੀ ਗੱਲ ਕਿ ਗੁਰੂ ਹਰਸਾਹਿਬ ਵਿਧਾਨ ਸਭਾ ਹਲਕਾ ਜਿਹੜਾ ਦੂਜਾ ਦਿਨ ਯਾਤਰਾ ਦਾ ਉੱਥੇ ਸੀ, ਇੱਕ ਤਾਂ ਅਕਾਲੀ ਦਲ ਐਤਕੀ ਵੱਖਰੇ ਤਰੀਕੇ ਦੇ ਨਾਲ ਇਹ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਉਮੀਦਵਾਰਾਂ ਦੀਆਂ ਲਿਸਟਾਂ ਨਹੀਂ ਜਾਰੀ ਹੋ ਰਹੀਆਂ ਕਿ 15 ਐਲਾਨੇ 20 ਐਲਾਨੇ ਨਾ, ਜਿੱਥੇ ਜਾਂਦੇ ਆ ਉੱਥੇ ਜਾ ਕੇ ਉੱਥੋਂ ਦੇ ਉਮੀਦਵਾਰ ਦਾ ਐਲਾਨ ਕਰਦੇ ਆ ਤੇ ਉਹਦੀਆਂ ਖੂਬੀਆਂ ਵੀ ਦੱਸਦੇ ਆ ਤੇ ਇਹ ਵੀ ਕਹਿੰਦੇ ਆ ਕਿ ਭਾਈ ਬੰਦਾ ਜਿਤਾਓ ਸਹੀ, ਵੱਡਾ ਅਹੁਦਾ ਦਿਆਂਗੇ। ਦੂਸਰਾ, ਨਾਲ ਹੀ ਉੱਥੇ ਜਾ ਕੇ ਵਿਰੋਧੀ ਪਾਰਟੀ ਵਾਲੇ ਨੂੰ ਭੰਡਦੇ ਆ। ਜੀਰੇ ਹਲਕੇ 'ਚ ਗਏ ਸੀ ਤੇ ਉੱਥੇ ਕੁਲਬੀਰ ਸਿੰਘ ਜ਼ੀਰਾ ਦਾ ਜ਼ਿਕਰ ਕੀਤਾ ਕਿ ਭਾਈ ਕੋਈ ਗੱਲ ਨਹੀਂ ਭੱਜਣੇ ਦਿੰਦੇ। ਇੱਥੇ ਰਾਣਾ ਗੁਰਮੀਤ ਸੋਢੀ ਨੇ ਪਿਛਲੇ ਦਿਨਾਂ ਦੇ ਵਿੱਚ ਚਰਚਾ ਵੈਸੇ ਹੀ ਬਹੁਤ ਸੀ ਤੇ ਇੱਥੇ ਤਾਂ ਉਹਨਾਂ ਨੇ ਗੈਂਗਸਟਰਾਂ ਤੱਕ ਦਾ ਜ਼ਿਕਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਰ ਦਿੱਤਾ ਕਿ ਭਾਈ ਆਹ ਕੁਛ ਕੀਤਾ ਜਾਂਦਾ, ਹੋਰ ਕਈ ਤਰ੍ਹਾਂ ਦੇ ਇਲਜ਼ਾਮ ਲਾਏ। ਚਲੋ ਕੋਈ ਗੱਲ ਨਹੀਂ, ਸਿਆਸਤ ਹੈ, ਹੋਊਗਾ। ਪਰ ਆਹ ਜਿਹੜੀ ਗੱਲ ਤੁਸੀਂ ਕਿਸਾਨਾਂ ਵਾਲੀ ਕੀਤੀ ਹੈ, ਕਿਉਂਕਿ ਜਿੱਦਣ ਯਾਤਰਾ ਦਾ ਪਹਿਲੇ ਦਿਨ ਸੀ ਆਪਾਂ ਉਦੋਂ ਹੀ ਕਿਹਾ ਸੀ ਕਿ ਜੇ ਰੋਜ਼ ਆਹ ਕੰਮ ਹੋਇਆ ਫਿਰ ਤਾਂ ਬੜੀ ਅਜੀਬ ਗੱਲ ਹੈ। ਤੁਸੀਂ ਦੇਖੋ ਕਿ ਕਿੱਥੇ ਖਬਰਾਂ ਇਹ ਲੱਗਣੀਆਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਯਾਤਰਾ ਦੇ ਦੂਸਰੇ ਦਿਨ ਇਸ ਹਲਕੇ 'ਚ ਗਏ ਲੋਕਾਂ ਦੀ ਭੀੜ ਇਕੱਠੀ ਹੋਈ, ਲੋਕਾਂ ਨੂੰ ਆਹ ਗੱਲਾਂ ਕਹੀਆਂ, ਆਹ ਦਾਅਵੇ ਕੀਤੇ, ਕਿੱਥੇ ਨਾਲ ਇੱਕ ਖਬਰ ਲੱਗ ਜਾਂਦੀ ਹੈ ਕਿ ਭਾਈ ਕਾਲੀਆਂ ਝੰਡੀਆਂ ਦਿਖਾਈਆਂ। ਹੁਣ ਦੂਸਰੇ ਦਿਨ ਬਿਲਕੁਲ ਵੱਖਰੇ ਤਰ੍ਹਾਂ ਦੀ ਗੱਲ ਹੈ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਵਿਰੋਧ ਕਰਨ ਦੇ ਲਈ ਕਿਸਾਨ ਜਥੇਬੰਦੀਆਂ ਆਈਆਂ, ਸੁਖਬੀਰ ਸਿੰਘ ਬਾਦਲ ਹੋਰਾਂ ਨੇ ਉਹਨਾਂ ਦੇ ਨਾਲ ਗੱਲਾਂ ਕੀਤੀਆਂ। ਹੁਣ ਇੱਕ ਪਾਸੇ ਤਾਂ ਕਿਸਾਨਾਂ ਨੇ ਕੀ ਸਵਾਲ ਕੀਤੇ ਤੇ ਉਹਦਾ ਜਵਾਬ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕੀ ਦਿੱਤਾ, ਇੱਕ ਤਾਂ ਇਹ ਮਸਲਾ। ਦੂਸਰਾ ਕਿ ਉਹਦੇ ਵਿੱਚੋਂ ਕਿਹੜੀ ਚੀਜ਼ ਪੇਸ਼ ਕੀਤੀ ਜਾ ਰਹੀ ਹੈ ਲੋਕਾਂ ਦੇ ਸਾਹਮਣੇ। ਸੰਧਾਲੀਆ ਸਾਹਿਬ, ਤੁਸੀਂ ਇੱਕ ਗੱਲ ਦੇਖੋ, ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਸੀ ਕਿ ਪੰਜਾਬ 'ਚ ਭਾਜਪਾ ਤੋਂ ਬਿਨਾਂ ਬਾਕੀ ਪਾਰਟੀਆਂ ਦਾ ਤੁਸੀਂ ਵਿਰੋਧ ਕਰੋ ਪਰ ਰਾਹ ਨਾ ਰੋਕੋ, ਉਹਨਾਂ ਦਾ ਤੁਸੀਂ ਸਵਾਲ ਪੁੱਛੋ ਪਰ ਰਾਹ ਨਾ ਰੋਕੋ। ਮੈਨੂੰ ਲੱਗਦਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਗੱਲ, ਉਹਨਾਂ ਦਾ ਸੁਨੇਹਾ ਚੰਗੀ ਤਰ੍ਹਾਂ ਪਹੁੰਚਾ। ਸੁਖਬੀਰ ਸਿੰਘ ਬਾਦਲ ਸਾਹਿਬ ਗੱਲ ਕਰਨ ਆਏ, ਉਹਨਾਂ ਨੇ ਸਾਰਾ ਪੁੱਛਿਆ, ਜੇ ਤੁਸੀਂ ਫਿਰ ਜਦੋਂ ਕਾਨੂੰਨ ਪਾਸ ਹੋਏ ਸੀ ਤਾਂ ਫਿਰ ਤੁਹਾਡੀ ਪਾਰਟੀ ਨਾਲ ਸੀ, ਤੁਸੀਂ ਕਮਜ਼ੋਰ ਰਹੇ, ਜੇ ਤੁਸੀਂ ਕਮਜ਼ੋਰ ਨਾ ਰਹੇ ਹੁੰਦੇ ਤਾਂ ਸ਼ਾਇਦ ਗੱਲ ਆ ਨਾ ਹੁੰਦੀ। ਬਿਜਲੀ ਵਾਲੀਆਂ ਗੱਲਾਂ ਵੀ ਪੁੱਛੀਆਂ, ਠੀਕ ਹੈ। ਸੁਖਬੀਰ ਬਾਦਲ ਨੇ ਜਵਾਬ ਦਿੱਤਾ, ਕਹਿੰਦੇ ਜੀ 1992 ਤੋਂ ਕੰਮ ਸ਼ੁਰੂ ਹੋ ਗਿਆ ਸੀ, ਅਸੀਂ ਪਹਿਲਾਂ ਸੋਚਦੇ ਸੀ ਕਿ ਕਿਸਾਨਾਂ ਨੂੰ ਉਹ ਹੱਕ 'ਚ ਲੈਣਗੇ, ਪਰ ਜਦੋਂ ਉਹਨਾਂ ਨੇ ਸਾਡੀ ਗੱਲ ਨਹੀਂ ਮੰਨੀ ਅਸੀਂ ਗੱਠਜੋੜ ਵੀ ਤੋੜਿਆ, ਅਸੀਂ ਮੰਤਰੀ ਮੰਡਲ ਦੇ ਵਿੱਚੋਂ ਵੀ ਬਾਹਰ ਆਏ। ਪਰ ਪਹਿਲੀ ਵਾਰ ਪੰਜਾਬ ਦੇ ਇਤਿਹਾਸ ਦੇ ਵਿੱਚ ਕੋਈ ਬੰਦਾ ਇਹਨਾਂ ਖਬਰਾਂ ਨੂੰ ਜਿੱਦਾਂ ਮਰਜ਼ੀ ਸਮਝੇ ਤੇ ਪੇਸ਼ ਕਰੇ, ਇਹ ਗੱਲ ਹੋ ਗਈ ਹੈ ਕਿ ਅੱਜ ਜਿਹੜਾ ਵੀ ਲੀਡਰ ਹੈ, ਰਾਜਾ ਵੜਿੰਗ ਪਿਛਲੇ ਦਿਨੀ ਗਏ ਸੀ ਤੇ ਉਹਨਾਂ ਨੂੰ ਕਿਸਾਨਾਂ ਨੇ ਘੇਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਵੀ ਸਵਾਲਾਂ ਦੇ ਜਵਾਬ ਦਿੱਤੇ। ਅੱਜ ਘੱਟੋ ਘੱਟ ਪੰਜਾਬ ਦੇ ਸਿਆਸੀ ਲੀਡਰਾਂ ਨੂੰ ਲੋਕ ਸਵਾਲ ਤਾਂ ਕਰਦੇ ਆ, ਜਵਾਬ ਚਾਹੇ ਕੁਛ ਮਿਲਦਾ। ਹੁਣ ਜੋ ਜਵਾਬ ਹੈ ਕਿਸਾਨ ਜਥੇਬੰਦੀਆਂ ਦੇਖਣਗੇ, ਅੱਛਾ ਜਵਾਬ ਦਿੰਦੇ ਆ, ਉਹਦਾ ਕਾਊਂਟਰ ਕੁਐਸਚਨ ਤਿਆਰ ਕਰਨਗੇ, ਕਿਸਾਨ ਕੀ ਪੁੱਛਦੇ ਆ, ਅਕਾਲੀ ਉਹਦਾ ਜਵਾਬ ਤਿਆਰ ਕਰਨਗੇ। ਪਰ ਕਿਤੇ ਨਾ ਕਿਤੇ ਉਹ ਜਿਹੜੀ 2 ਵੇ ਪ੍ਰੋਸੈਸ ਆਪਾਂ ਕਹਿੰਦੇ ਸੀ ਕਿ ਸ਼ੁਰੂ ਹੋਵੇ, ਕਮਿਊਨੀਕੇਸ਼ਨ ਸ਼ੁਰੂ ਹੋਵੇ, ਉਹ ਕਮਿਊਨੀਕੇਸ਼ਨ ਸ਼ੁਰੂ ਹੋ ਗਈ ਹੈ। ਇਹ ਕਮਿਊਨੀਕੇਸ਼ਨ ਸ਼ੁਰੂ ਹੋ ਗਈ, ਪਰ ਇਹਦੇ 'ਚ 2 ਪੱਖ ਆ, ਫਿਰ ਅਸੀਂ ਆਪਣੀ ਲੱਤ ਡਾਵਾਂਗੇ। ਆ ਜਾਓ। ਦੇਖੋ ਇਹ ਗੱਲ ਕਲੀਅਰ ਆ ਵੀ ਖੁਸ਼ੀ ਜਿਹੜੀ ਹੈ ਨਾ, ਇਹ ਫਰਵਰੀ 2022 ਤੱਕ ਦੀ, ਇਹ ਗੱਲ ਮੰਨੋ ਚਾਹੇ ਨਾ ਮੰਨੋ, ਇਹ ਕਲੀਅਰ ਆ। ਨਹੀਂ ਆਪਣੇ ਪਰਿਵਾਰ ਦੇ ਮੈਂਬਰ ਟਿੱਪਣੀ ਕਰਕੇ ਦੱਸ ਦੇਣਗੇ, ਕਿਉਂਕਿ 2022 ਤੱਕ ਲੋੜ ਹੈ ਲੀਡਰਾਂ ਨੂੰ। ਉਹਨਾਂ ਨੇ ਜਾਣਾ ਵੀ ਆ, ਉਹਨਾਂ ਨੇ ਕਿਸੇ ਦੀ ਚਾਹ ਬਣਾਉਣੀ ਹੈ, ਕਿਸੇ ਨਾਲ ਹੱਥ ਮਿਲਾਉਣਾ, ਕਿਸੇ ਕੋਲ ਬਹਿਣਾ, ਕਿਸੇ ਨੂੰ ਥਾਪੜਾ ਦੇਣਾ, ਕਿਸੇ ਨੂੰ ਜੱਫੀ ਪਾਉਣੀ, ਕਿਸੇ ਦਾ ਨਿਆਣਾ ਚੁੱਕਣਾ, ਆਪਣਾ ਭਾਵੇਂ ਚੁੱਕਿਆ ਭਾਵੇਂ ਨਹੀਂ ਚੁੱਕਿਆ, ਕਿਉਂਕਿ ਕੰਮ ਆ।
2022 ਤੱਕ ਹੀ ਜਦੋਂ ਸੜਕਾਂ ਤੇ ਉਹ ਹੋਣਗੇ ਤੇ ਉਦੋਂ ਲੋਕੀ ਸਵਾਲ ਪੁੱਛ ਸਕਦੇ ਆ। ਜਦੋਂ 2022 ਤੋਂ ਬਾਅਦ ਕਿਸੇ ਦੀ ਸਰਕਾਰ ਬਣ ਜੇ, ਕਿਸੇ ਵੀ ਪੋਲੀਟੀਕਲ ਪਾਰਟੀ ਦੀ ਬਣ ਜੇ, ਜਿਨ੍ਹਾਂ ਦੀ ਬਣ ਗਈ ਉਹਨਾਂ ਚੰਡੀਗੜ੍ਹ ਨਹੀਂ ਮੁੜਨਾ, ਜਿਨ੍ਹਾਂ ਦੀ ਨਾ ਬਣੀ ਉਹਨਾਂ ਨੇ ਆਪੋ ਆਪਣੇ ਕੰਮਾਂ 'ਚ ਲਾ ਜਾਣਾ, ਫਿਰ ਨਾ ਕਿਸੇ ਨੇ ਸੜਕ ਤੇ ਆਉਣਾ ਤੇ ਨਾ ਕਿਸੇ ਨੇ ਸਵਾਲ ਪੁੱਛਣਾ ਤੇ ਨਾ ਕਿਸੇ ਨੇ ਜਵਾਬ ਹੀ ਦੇਣਾ। ਇਹ ਤਾਂ ਗੱਲ ਹੈਗੀ ਕਿ ਨਹੀਂ? ਗੱਲ ਤੁਹਾਡੀ ਬਿਲਕੁਲ ਠੀਕ ਹੈ, ਪਰ ਹਵਾ ਹੋਰ ਤਰ੍ਹਾਂ ਦੀ ਵਗੀ ਹੈ। ਸ਼ਾਇਦ ਤੁਹਾਨੂੰ ਚੇਤਾ ਭੁੱਲ ਗਿਆ ਕਿ ਪਹਿਲਾਂ ਲੋਕ ਉਡੀਕਦੇ ਹੁੰਦੇ ਸੀ ਕਿ ਲੀਡਰ ਸਾਹਿਬ ਸਾਡੇ ਕੋਲੇ ਆਉਣ, ਜੇ ਆਉਣਗੇ ਤਾਂ ਦੱਸਾਂਗੇ। ਸਾਡੇ ਪਿੰਡ ਨਹੀਂ ਜੀ ਮੁੜ ਕੇ ਆਏ। 25 ਸਾਲੀ ਲੀਡਰ ਸਾਹਿਬ ਵੋਟਾਂ ਲੈਣ ਆਉਂਦੇ ਸੀ, ਉਦੋਂ ਲੋਕ ਗੁੱਸਾ ਕਰਦੇ ਹੁੰਦੇ ਸੀ। ਐਤਕੀ ਇਦਾਂ ਨਹੀਂ ਹੈ। ਹੁਣ ਤੁਸੀਂ ਚੇਤਾ ਕਰਿਓ ਕਿ 1.5 ਮਹੀਨੇ ਬਾਅਦ 1 ਸਾਲ ਮੁਕੰਮਲ ਹੋ ਜਾਣਾ, ਲੋਕ ਲੀਡਰਾਂ ਦੀ ਉਡੀਕ ਨਹੀਂ ਕਰ ਰਹੇ। ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੇ ਘਰਾਂ ਦੇ ਮੂਹਰੇ ਧਰਨੇ ਲੱਗੇ ਆ। ਤੁਹਾਨੂੰ ਯਾਦ ਹੋਣਾ, ਅਸੀਂ ਉਸ ਗੱਲ ਦੇ ਨਾਲ ਸਹਿਮਤ ਨਹੀਂ। ਹੁਸ਼ਿਆਰਪੁਰ ਦੇ ਵਿੱਚ ਇੱਕ ਲੀਡਰ ਦੇ ਘਰ ਦੇ ਬਾਹਰ ਕੀ ਹੋਇਆ ਸੀ? ਲੀਡਰ ਸਾਹਿਬ ਨਹੀਂ ਸੀ ਚੱਲ ਕੇ ਆਏ, ਲੋਕ ਚੱਲ ਕੇ ਗਏ ਸੀ। ਹੋਰ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜੇ ਪੰਜਾਬ ਦਾ ਕੋਈ ਸਿਆਸੀ ਲੀਡਰ ਐਤਕੀ ਇਹ ਸੋਚ ਕੇ ਬਾਹਰ ਆਉਂਦਾ ਹੀ ਕਿ ਭਾਈ ਫਰਵਰੀ ਤੱਕ ਹੀ ਆ, 4-5 ਮਹੀਨੇ ਦੰਦਾਂ ਥੱਲੇ ਜੀਭ ਲੈ ਕੇ ਕੱਢ ਲਓ, ਲੋਕਾਂ 'ਚ ਵਿਚਰੋ, ਸਵਾਲਾਂ ਦੇ ਜਵਾਬ ਦਿਓ, ਮੁੜ ਕੇ 4.5 ਸਾਲ ਕਿਹਨੇ ਪੁੱਛਣਾ ਨਾ। ਲੋਕਾਂ ਨੂੰ ਹੁਣ ਲੀਡਰਾਂ ਦੇ ਘਰਾਂ ਦਾ ਐਡਰੈਸ ਪਤਾ ਲੱਗਣ ਲੱਗ ਪਿਆ। ਜਿਹੜਾ ਲੀਡਰ ਲੋਕਾਂ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰਦਾ, ਵਾਅਦੇ ਕਰਕੇ ਮੁੜਦਾ ਨਹੀਂ ਜਾਂ ਉਲਟ ਕੰਮ ਕਰਦਾ ਹੈ, ਲੋਕ ਘਰ ਜਾ ਕੇ ਕਹਿੰਦੇ ਥੋੜ੍ਹੀ ਹੈ ਕੁਛ, ਬਾਹਰ ਬਸ ਦਰੀ ਵਿਛਾ ਲੈਂਦੇ ਆ। ਅੱਗੇ ਲੀਡਰ ਦੀ ਖਬਰ ਲੱਗਦੀ ਹੁੰਦੀ ਸੀ, ਹੁਣ ਲੀਡਰ ਦੇ ਘਰ ਦੇ ਬਾਹਰਲੇ ਪਾਸੇ ਦੀ ਖਬਰ ਲੱਗਦੀ ਹੈ ਕਿ ਹਾਲਾਤ ਕੀ ਹੋਏ ਪਏ ਨੇ, ਤੇ ਘਰ ਦੇ ਵੀ ਲੀਡਰਾਂ ਨੂੰ ਪੁੱਛਦੇ ਹੋਣਗੇ। ਇਸ ਕਰਕੇ ਜੇ ਤਾਂ ਕੋਈ ਲੀਡਰ ਇਸ ਗਲਤਫਹਿਮੀ ਦੇ ਵਿੱਚ ਹੈ, ਵਹਿਮ ਦੇ ਵਿੱਚ ਹੈ ਕਿ ਭਾਈ ਆਹੀ 5-4 ਮਹੀਨੇ ਹੈ, ਮੁੜ ਕੇ ਕੋਈ ਗੱਲ ਨਹੀਂ, ਐਤਕੀ ਪੰਜਾਬ ਦੇ ਲੋਕਾਂ ਨੇ ਉਹ ਵਹਿਮ ਸਵਾਲ ਬਹੁਤ ਸੱਭਿਅਕ ਭਾਸ਼ਾ ਦੇ ਵਿੱਚ ਪੁੱਛ ਕੇ ਕੱਢ ਦੇਣਾ। ਇੱਕ ਗੱਲ ਹੋਰ ਹੈ, ਨਹੀਂ ਇਹ ਗੱਲ ਮੈਂ ਤੁਹਾਡੀ ਮੰਨਦਾ, ਇਹ ਸਵਾਲ ਹੀ ਹੈ ਨਾ। ਇੱਕ ਤਰ੍ਹਾਂ ਜਦੋਂ ਮੈਂ ਤੁਹਾਨੂੰ ਅੱਗੇ ਵੀ ਕਈ ਵਾਰ ਉਦਾਹਰਨ ਦਿੱਤੇ ਵੀ ਕੱਟੇ ਦੇ ਸਿੰਘਾਂ ਦੀ ਗੱਲ ਆ ਜੀ, ਇੱਕ ਤਰ੍ਹਾਂ ਸਿੰਘਾਂ ਨੂੰ ਹੱਥ ਪੈ ਗਿਆ, ਫੇਰ ਕਿੰਨੇ ਜਾਣਨਾ ਵੀ ਕੱਟਾ ਕਿਹਦਾ ਨਹੀਂ? ਨਹੀਂ ਜਾਣਨਾ ਨਹੀਂ, ਕਿਉਂਕਿ ਲੋਕਾਂ ਨੇ ਕੱਟੇ ਰੱਸਾ ਪਾ ਲਿਆ ਹੀ ਜਾਣ ਹੀ ਨਹੀਂ ਦੇਣਾ ਕਿਤੇ, ਕਹਿਣਾ ਇੱਥੇ ਸਿੰਘਾਂ ਨੂੰ ਹੱਥ ਪਾ ਕੇ ਬੈਠੇ ਰਹੋ। ਬਾਕੀ ਸੰਧਾਲੀਆ ਸਾਹਿਬ, ਇੱਕ ਗੱਲ ਹੋਰ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ, ਅੱਗੇ ਕਾਪੀ ਹੁੰਦੀ ਸੀ ਕਈ ਤਰ੍ਹਾਂ ਦੀ, ਮੈਂ ਸਵੇਰ ਵਾਲੇ ਪ੍ਰੋਗਰਾਮ 'ਚ ਵੀ ਜ਼ਿਕਰ ਕੀਤਾ ਸੀ। ਇੱਕ ਕਾਪੀ ਹੁੰਦੀ ਇੰਗਲਿਸ਼ ਲਿਖਣ ਵਾਲੀ, ਕਈ ਲਾਈਨਾਂ ਹੁੰਦੀਆਂ। ਇੱਕ ਹੁੰਦੀ ਹੈ ਹਿਸਾਬ ਵਾਲੀ ਡੱਬਿਆਂ ਵਾਲੀ, ਜਦੋਂ ਬੱਚੇ ਨੇ ਨਵੇਂ ਸਿੱਖਣਾ ਹੁੰਦਾ। ਇੱਕ ਹੁੰਦੀ ਹੈ ਦੋਹਰੀ ਲਕੀਰ ਵਾਲੀ, ਜੇ ਤੇ ਆਪਾਂ ਪੰਜਾਬੀ ਜਾਂ ਕੋਈ ਵੀ ਹਿੰਦੀ ਭਾਸ਼ਾ ਲਿਖ ਲੈਂਦੇ ਹਾਂ। ਇੱਕ ਮਿਕਸ ਕਾਪੀ ਹੁੰਦੀ ਹੈ ਜਿਹਦੇ ਵਿੱਚ 5-7 ਸਫ਼ੇ ਡੱਬਿਆਂ ਵਾਲੇ, 5-7 ਸਫ਼ੇ ਅੰਗਰੇਜ਼ੀ ਦੀਆਂ ਲਾਈਨਾਂ ਵਾਲੇ, 5-7 ਸਫ਼ੇ ਜਿਹੜੇ ਹੈ ਉਹ 2 ਲਾਈਨਾਂ ਵਾਲੇ। ਐਤਕੀ ਪੰਜਾਬ ਦੇ ਲੋਕਾਂ ਨੂੰ ਅਸੀਂ ਬੇਨਤੀ ਕਰਦੇ, ਮਿਕਸ ਕਾਪੀ ਲੈ ਲਓ, ਜਿਹੜੀ ਰਲੀ ਮਿਲੀ। ਉਹ ਮਿਕਸ ਕਾਪੀ ਇਸ ਕਰਕੇ ਲੈਣੀ ਹੈ ਕਿ ਤੁਸੀਂ ਬਹੁਤ ਸਾਰੇ ਲੀਡਰਾਂ ਨੇ ਡਾਇਰੀਆਂ ਲਾਈਆਂ, ਸਾਰੇ ਸਿਆਸੀ ਬਾਹੀ ਆ ਕਰਦੇ ਆ ਕਿਆ ਕਰਦੇ ਨੇ, ਤੁਸੀਂ ਇੱਕ ਕਾਪੀ ਲੈ ਕੇ ਸਿਰਫ ਇਹ ਲਿਖਣਾ ਕਿ ਕਿਹੜੀ ਪਾਰਟੀ ਦਾ ਲੀਡਰ ਦੂਸਰੀ ਪਾਰਟੀ ਦੇ ਲੀਡਰ ਦੇ ਪੋਤੜੇ ਕੀ ਫੂਲਦਾ ਹੈ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਿੱਦਣ ਪੰਜਾਬ ਯਾਤਰਾ ਸ਼ੁਰੂ ਕਰਨੀ ਸੀ, ਇੱਕ ਦਿਨ ਪਹਿਲਾਂ ਆਖਿਆ ਸੀ ਕਿ ਅਰਵਿੰਦ ਕੇਜਰੀਵਾਲ SYL ਦੇ ਮੁੱਦੇ ਤੇ ਪੰਜਾਬ ਦੇ ਖਿਲਾਫ ਭੁਗਤਦੇ ਆ। ਉਹਨਾਂ ਨੇ ਆਖਿਆ ਸੀ ਨਾ ਕਿ ਅਰਵਿੰਦ ਕੇਜਰੀਵਾਲ ਪਰਾਲੀ ਦੇ ਮੁੱਦੇ ਤੇ ਪੰਜਾਬ ਦੇ ਖਿਲਾਫ ਭੁਗਤਦੇ ਆ, ਲਿਖ ਲਓ। ਆਮ ਆਦਮੀ ਪਾਰਟੀ ਦੇ ਲੀਡਰ ਆਉਣ ਤਾਂ ਪੁਖਤਾ ਜਵਾਬ ਮੰਗਿਓ। ਦੂਸਰੀ ਗੱਲ, ਉਹਨਾਂ ਕਿਹਾ ਸੀ ਨਾ ਕਿ ਅਰਵਿੰਦ ਕੇਜਰੀਵਾਲ ਨੇ ਆਪਣੇ ਮੁੰਡੇ ਦੇ ਸਿਰ ਤੇ ਹੱਥ ਰੱਖ ਕੇ ਸਹੁੰ ਖਾਧੀ ਸੀ ਕਿ ਭਾਈ ਕਾਂਗਰਸ ਦੇ ਨਾਲ ਗੱਠਜੋੜ ਨਹੀਂ ਕਰੂੰਗਾ, ਮੁੜ ਕੇ ਕੀਤਾ, ਲਿਖ ਲਓ। ਉਹਨਾਂ ਨੇ ਕਿਹਾ ਸੀ ਨਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਖਾਧੀ ਸੀ ਕਿ ਨਸ਼ਾ ਮੁਕਾਊਂਗਾ ਪਰ ਮੁਕਾਇਆ ਨਹੀਂ, ਲਿਖ ਲਓ। ਭਗਵੰਤ ਮਾਨ ਸਾਹਿਬ ਦੇ ਸ਼ਰਾਬ ਵਾਲੀ ਗੱਲ ਕੀਤੀ ਸੀ ਕਿ ਆਪਣੀ ਮਾਤਾ ਨੂੰ ਨਾਲ ਲਿਆ ਕੇ ਸਹੁੰ ਖਾਧੀ ਸੀ। ਉਹ ਸਾਰੀਆਂ ਗੱਲਾਂ ਲਿਖ ਲਓ, ਪਰ ਭੁੱਲਣਾ ਨਹੀਂ ਹੈ ਕਿ ਥੋੜੇ ਜਿਹਾ ਵਰਕ ਕੇ ਪਲਟ ਕੇ ਜਦੋਂ ਅਗਲੇ ਤਰ੍ਹਾਂ ਦਾ ਹਿਸਾਬ ਸ਼ੁਰੂ ਹੋ ਜਾਣਾ ਹੈ, ਹੁਣ ਉੱਥੇ ਆਮ ਆਦਮੀ ਪਾਰਟੀ ਦੇ ਅਮਨ ਅਰੋੜਾ ਹੋਰਾਂ ਦੀ ਵੀ ਗੱਲ ਲਿਖ ਲੈਣੀ ਹੈ ਕਿ ਉਹਨਾਂ ਨੇ ਜੋ ਗੱਲ ਕਹੀ ਹੈ ਕਿਵੇਂ ਪੁੱਛਿਆ। ਉਹਨਾਂ ਨੇ ਇੱਕੋ ਗੱਲ ਕਹੀ ਜਿਹੜੀ ਸਭ ਤੋਂ ਇੰਪੋਰਟੈਂਟ ਹੈ ਮੈਨੂੰ ਲੱਗਦਾ। ਉਹ ਕਹਿੰਦੇ ਜੀ ਦਿੱਲੀ ਵਾਲਾ ਮਾਡਲ ਇਹ ਕਹਿੰਦੇ ਫੇਲ ਹੈ, ਸਾਰੇ ਬੰਦੇ ਕਹਿੰਦੇ ਹੋ ਸਕਦਾ ਫੇਲ ਹੋਵੇ, ਪਰ ਜੇ ਦਿੱਲੀ ਵਾਲਾ ਮਾਡਲ ਫੇਲ ਹੈ ਤੇ ਅਰਵਿੰਦ ਕੇਜਰੀਵਾਲ ਨੂੰ ਲਗਾਤਾਰ 3 ਵਾਰੀ ਲੋਕਾਂ ਨੇ ਮੁੱਖ ਮੰਤਰੀ ਕਿਉਂ ਬਣਾਇਆ? ਦੂਸਰੀ ਗੱਲ, ਉਹ ਕਹਿੰਦੇ ਅਸੀਂ ਚੈਲੰਜ ਕਰਦੇ ਹਾਂ, ਆਮ ਆਦਮੀ ਪਾਰਟੀ ਦਾ ਚੈਲੰਜ ਹੈ। ਉਹ ਕਹਿੰਦੇ ਜੀ ਸਾਡਾ ਚੈਲੰਜ ਹੈ, ਅਸੀਂ ਪਿਛਲੇ ਦਿਨਾਂ 'ਚ ਹਿਸਾਬ ਮੰਗਿਆ ਸੀ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਜਿਹੜੇ ਦੋਸ਼ ਲਾਏ ਆ ਨਾ, ਵਿਰੋਧੀ ਪਾਰਟੀਆਂ ਜਵਾਬ ਦੇਣ। ਵੈਸੇ ਅਮਨ ਅਰੋੜਾ ਸਾਹਿਬ ਨੇ ਉਹਨਾਂ ਗੱਲਾਂ ਦਾ ਜਵਾਬ ਨਹੀਂ ਦਿੱਤਾ, ਪਰ ਹੋਰ ਸਵਾਲ ਰੱਖ ਲਿਆ ਤੇ ਪੰਜਾਬ ਦੇ ਲੋਕਾਂ ਦੇ ਲਈ ਚੰਗਾ, ਤੁਸੀਂ ਲਿਖੀ ਜਾਓ, ਤੁਹਾਨੂੰ ਸਾਰੀਆਂ ਪਾਰਟੀਆਂ ਦਾ ਪਤਾ ਲੱਗ ਜੂ। ਉਹ ਕਹਿੰਦੇ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਸੀ ਵਿਧਾਨ ਸਭਾ ਦੀਆਂ ਚੋਣਾਂ 'ਚ, ਤੀਸਰੀਆਂ ਚੋਣਾਂ 'ਚ ਜਿਹੜੀਆਂ ਪਿੱਛੇ ਹੋਈਆਂ, ਕਿ ਦਿੱਲੀ ਦੇ ਲੋਕੋ ਐਜ਼ ਏ ਚੀਫ ਮਿਨਿਸਟਰ, ਇੱਕ ਮੁੱਖ ਮੰਤਰੀ ਦੇ ਤੌਰ ਤੇ ਜੇ ਤਾਂ ਮੈਂ ਕੰਮ ਕੀਤਾ, ਜੇ ਮੈਂ ਕੰਮ ਕੀਤਾ ਤਾਂ ਮੈਨੂੰ ਵੋਟਾਂ ਪਾ ਦਿਓ, ਜੇ ਮੈਂ ਕੰਮ ਨਹੀਂ ਕੀਤਾ ਤਾਂ ਵੋਟਾਂ ਨਾ ਪਾਇਓ। ਉਹ ਕਹਿੰਦੇ ਮੈਂ ਅਸੀਂ ਚੈਲੰਜ ਕਰਦੇ ਹਾਂ, 10 ਸਾਲ ਅਕਾਲੀਆਂ ਦੀ ਸਰਕਾਰ ਰਹੀ ਹੈ ਤੇ 5 ਸਾਲ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੂੰ ਹੋ ਗਏ, ਤੁਸੀਂ ਚੈਲੰਜ ਕਰੋ ਪੰਜਾਬ ਦੇ ਲੋਕਾਂ ਨੂੰ ਕਿ ਭਾਈ ਜੇ ਸਾਡਾ 10 ਸਾਲਾਂ ਦਾ ਕੰਮ ਹੈਗਾ ਤਾਂ ਸਾਨੂੰ ਵੋਟਾਂ ਪਾ ਦਿਓ। ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਦੇ ਲੀਡਰ ਲੋਕਾਂ ਨੂੰ ਇਹੀ ਕਹਿਣ, ਹੋਰ ਕੁਝ ਵੀ ਨਾ ਕਹਿਣ, ਕਿ ਭਾਈ ਅਸੀਂ ਤੁਹਾਡੇ ਲਈ ਕੰਮ ਕੀਤਾ, ਜੇ ਤੁਹਾਨੂੰ ਲੱਗਦਾ ਕੰਮ ਕੀਤਾ ਤਾਂ ਵੋਟਾਂ ਪਾ ਦਿਓ, ਨਹੀਂ ਤਾਂ ਰਹਿਣ ਦਿਓ। ਇਹ ਚੈਲੰਜ ਛੋਟਾ ਨਹੀਂ ਹੈ, ਇਹ ਚੈਲੰਜ ਬਹੁਤ ਵੱਡਾ।
ਤੇ ਨਾਲ ਇੱਕ ਗੱਲ ਹੋਰ ਤੁਸੀਂ ਕੁਝ ਕਹਿਣ ਲੱਗੇ ਸੀ? ਨਹੀਂ ਮੈਂ ਤਾਂ ਇਹ ਗੱਲ ਕਰਨ ਲੱਗਾ ਵੀ ਉਹ ਜਿਹੜਾ ਉਹਨਾਂ ਨੇ ਅਸਲ 'ਚ ਉਹਦਾ ਟਾਈਟਲ ਰੱਖਿਆ ਨਾ, ਸਭ ਤੋਂ ਵੱਧ ਤੇ ਉਹੀ ਕੈਚੀ ਹੈ। ਕਿਉਂਕਿ ਅਕਾਲੀ ਦਲ ਨੇ ਇਸ ਵਕਤ ਦੇਖੋ SK ਸਾਹਿਬ ਨੂੰ ਨਾਲ ਲੈ ਕੇ ਜਿਹੜੀ ਉਹ ਮੁਹਿੰਮ ਬਣਾਈ ਹੈ, ਉਹ ਹਰ ਥਾਂ ਦੇ ਉੱਪਰ ਲੋਗੋ ਚੱਲਦਾ, ਪੰਜਾਬ ਦਾ ਨਕਸ਼ਾ ਵਿੱਚ ਮੋਟਾ ਕਰਕੇ ਲਿਖਿਆ ਗੱਲ ਪੰਜਾਬ ਦੀ ਜੀ, ਉਹਨੂੰ ਉਹਨਾਂ ਨੇ ਗੱਪ ਪੰਜਾਬ ਦੀ ਬਣਾ ਲਿਆ। ਉਹ ਕਹਿੰਦੇ ਵੀ ਇਹ ਗੱਪ ਪੰਜਾਬ ਦੀ ਦਾ ਪਹਿਲਾਂ ਸਾਨੂੰ ਜਵਾਬ ਦਿਓ। ਹੁਣ ਪਹਿਲੀ ਗੱਲ ਤਾਂ ਇਹ ਹੈ ਵੀ ਅਗਲਾ ਦਾ ਜਿਹੜਾ ਟਾਈਟਲ ਚੱਲਦਾ ਉਸ ਟਾਈਟਲ ਦਾ ਕਾਊਂਟਰ ਕੱਢ ਲਓ। ਇਹ ਵਧੀਆ ਗੱਲ ਹੈ, ਚਲੋ ਆਮ ਆਦਮੀ ਪਾਰਟੀ ਅਗਲੇ ਵਿਰੋਧੀ ਧਿਰ 'ਚ ਨੇ, ਭਾਈ ਸਾਹਿਬ ਉਹਨਾਂ ਦਾ ਆਪਣਾ ਹੱਕ ਬਣਦਾ, ਸੁਖਬੀਰ ਬਾਦਲ ਸਾਹਿਬ ਦਾ ਆਪਣਾ ਬਣਦਾ, ਇਹ ਗੱਲਾਂ ਤੁਹਾਡੀਆਂ ਠੀਕ ਹੈ ਜਿਸ ਹਿਸਾਬ ਉਹਨਾਂ ਨੇ ਕਿਹਾ। ਪਰ ਮੈਨੂੰ ਲੱਗਦਾ ਵੀ ਜਿੱਥੇ ਆ ਕੇ ਪੇਚ ਫਸ ਗਿਆ ਨਾ, ਉਹਦੇ 'ਚ ਮੈਨੂੰ ਆਮ ਆਦਮੀ ਪਾਰਟੀ ਢੈਂਦੀ ਲੱਗਦੀ ਹੈ ਜੀ। ਕਿਹੜੀ ਗੱਲੋਂ ਮੈਂ ਗੱਲ ਕਰੂੰਗਾ, ਪਹਿਲਾਂ ਤੁਸੀਂ ਆਪਣੀ ਨਿਬੇੜ ਲਓ। ਮੈਂ ਗੱਲ ਜਿਹੜੀ ਕਰਨ ਲੱਗਾ ਸੀ, ਕਿਉਂਕਿ ਮਸਲਾ ਇਹ ਨਹੀਂ ਕਿ ਅਕਾਲੀ ਦਲ ਕੀ ਕਹਿੰਦਾ ਤੇ ਆਮ ਆਦਮੀ ਪਾਰਟੀ ਕੀ ਕਹਿੰਦੀ ਆ। SYL ਦੇ ਮੁੱਦੇ ਤੇ 5-6 ਵਿਧਾਨ ਸਭਾ ਦੀਆਂ ਚੋਣਾਂ ਲੜ ਹੋਈਆਂ ਕਿ SYL ਦਾ ਪਾਣੀ ਨਹੀਂ ਆਉਣ ਦੇਣਾ, ਉਧਰੋਂ ਕਹਿੰਦੇ ਪਲੇਣਾ ਕਿੱਦਾਂ ਪਾਣੀ ਜਾਂ ਸਮਝੌਤਾ ਹੋਇਆ। ਇਸ ਮੁੱਦੇ ਤੇ ਕਲੀਅਰ ਕੱਟ ਆਮ ਆਦਮੀ ਪਾਰਟੀ ਦੇ ਦੋਸ਼ ਲੱਗਾ ਕਿ ਉਹ ਹਮਾਇਤ ਕਰਦੇ ਕੇਜਰੀਵਾਲ ਸਾਹਿਬ ਪ੍ਰਧਾਨ ਨੇ, ਪੰਜਾਬ ਦੇ ਵਿਰੋਧ 'ਚ ਭੁਗਤਦੇ ਆ। ਉਹਦਾ ਜਵਾਬ ਚਾਹੀਦਾ ਪੰਜਾਬ ਦੇ ਲੋਕਾਂ ਨੂੰ। ਦੂਸਰੀ ਗੱਲ ਅਮਨ ਅਰੋੜਾ ਸਾਹਿਬ ਨੇ ਕਹਿਤੀ, ਉਹ ਕਹਿੰਦੇ ਜੀ 1978 'ਚ ਬਾਦਲ ਸਾਹਿਬ ਦੀ ਸਰਕਾਰ ਸੀ, ਉਹਨਾਂ ਨੇ 2 ਚਿੱਠੀਆਂ ਦੇ ਨੰਬਰਾਂ ਦਾ ਹਵਾਲਾ ਦਿੱਤਾ। ਉਹ ਕਹਿੰਦੇ ਆਹ 2 ਚਿੱਠੀਆਂ ਉਸ ਵੇਲੇ ਦੀ ਅਕਾਲੀ ਸਰਕਾਰ ਦੇ ਵੇਲੇ ਜਾਰੀ ਹੋਈਆਂ ਨੋਟੀਫਿਕੇਸ਼ਨ। ਇਹ ਚਿੱਠੀਆਂ ਕਾਹਦੀਆਂ ਸੀ ਕਿ SYL ਬਣਾਉਣ ਲਈ ਜ਼ਮੀਨ ਐਕਵਾਇਰ ਕਰਨੀ ਹੈ, ਜਿਹੜੀ ਜ਼ਮੀਨ ਦੇ ਮੁੜ ਕੇ ਕਹਿੰਦੇ ਸੀ ਪੈਸੇ ਵਾਪਸ ਕਰਨੇ ਆ। ਯਾਦ ਹੋਣਾ ਰਾਤ ਨੂੰ ਪਟਵਾਰੀ ਬਿਠਾ ਛੱਡੇ ਸੀ। ਦੂਸਰੀ ਗੱਲ ਉਹ ਕਹਿੰਦੇ ਜੀ ਆਹ ਦੇਖੋ, ਉਹਦੇ ਤੋਂ ਬਾਅਦ ਜੁਲਾਈ ਮਹੀਨੇ 'ਚ ਉਸੇ 78 ਦੀ ਗੱਲ ਹੈ, ਇਸ ਚਿੱਠੀ ਦੇ ਰਾਹੀਂ ਉਸੇ ਵੇਲੇ ਦੀ ਸਰਕਾਰ ਨੇ ਹਰਿਆਣੇ ਤੋਂ 3 ਕਰੋੜ ਰੁਪਇਆ ਮੰਗਿਆ ਸੀ ਕਿ ਨਹਿਰ ਬਣਾਉਣੀ ਹੈ। ਫਿਰ 1979 ਦੀ ਇੱਕ ਚਿੱਠੀ ਦਾ ਜ਼ਿਕਰ ਕੀਤਾ, ਉਹ ਕਹਿੰਦੇ ਆ ਦੇਖੋ ਜੀ 1 ਕਰੋੜ ਰੁਪਇਆ ਹਰਿਆਣਾ ਨੇ ਦੇ ਦਿੱਤਾ। ਜਾਣੀ ਅੱਜ SYL ਦਾ ਮੁੱਦਾ ਬਹੁਤ ਵੱਡਾ ਨਹੀਂ ਹੈ, ਪਰ ਸਵਾਲ ਇਹ ਹੈ ਕਿ ਜੇ ਉਸ ਮੁੱਦੇ ਤੇ 25 ਸਾਲ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲੋਕਾਂ ਨੇ ਦੇਖੀਆਂ, ਪਤਾ ਲੱਗਣਾ ਚਾਹੀਦਾ ਕਿ ਜੇ ਆਮ ਆਦਮੀ ਪਾਰਟੀ ਕਸੂਰਵਾਰ ਹੈ ਤਾਂ ਪਤਾ ਲੱਗੇ, ਜੇ ਅਕਾਲੀ ਦਲ ਦੇ ਸਮੇਂ ਤੇ ਕੁਝ ਹੋਇਆ ਸੀ ਪਤਾ ਲੱਗੇ। ਉਹਨਾਂ ਨੇ ਤੇ ਇੱਥੋਂ ਤੱਕ ਵੀ ਕਹਿ ਦਿੱਤਾ, ਉਹ ਕਹਿੰਦੇ ਰਾਜੀਵ ਲੌਂਗੋਵਾਲ ਸਮਝੌਤਾ ਲਾਗੂ ਨਹੀਂ ਹੋਇਆ। ਉਹ ਕਹਿੰਦੇ ਉਸ ਵੇਲੇ ਕਿਹਾ ਨਹੀਂ ਸੀਗਾ ਰਾਜੀਵ ਲੌਂਗੋਵਾਲ ਸਮਝੌਤੇ ਦੇ ਵਿੱਚ ਕਿ ਭਾਈ 2 ਸਾਲਾਂ ਦੇ ਵਿੱਚ ਅਸੀਂ SYL ਪੂਰੀ ਕਰਾਂਗੇ। ਜਾਣੀ ਅੱਜ ਮੈਂ ਕਹਿੰਦਾ ਕਿ ਜਿੰਨਾ ਵੱਧ ਲੀਡਰ ਆਪਸ ਦੇ ਵਿੱਚ ਲੜਦੇ ਆ ਨਾ ਸ਼ਬਦਾਂ ਦੇ ਤੌਰ ਤੇ, ਉਹ ਪੰਜਾਬ ਦੇ ਲੋਕਾਂ ਲਈ ਚੰਗਾ, ਕਿਉਂਕਿ ਅੱਗੇ ਲੋਕਾਂ ਨੂੰ ਲੜਾਉਂਦੇ ਸੀ, ਲੋਕਾਂ ਦੀਆਂ ਕਮੀਆਂ ਤੇ ਕਮਜ਼ੋਰੀਆਂ ਨਾਲ ਵੋਟਾਂ ਲੈਂਦੇ ਸੀ। ਹੁਣ ਲੀਡਰ ਇੱਕ ਦੂਜੇ ਦੇ ਭੇਤ ਖੋਲਣ ਲੱਗੇ ਆ, ਪਰ ਉਹਦਾ ਫਾਇਦਾ ਤਾਂ ਹੋਣਾ ਜੇ ਤਰੀਕ ਪਾ ਕੇ, ਮਹੀਨਾ ਪਾ ਕੇ, ਸਾਲ ਪਾ ਕੇ ਉਹ ਡੱਬੀਆਂ ਵਾਲੀ ਜਿਹੜੀ ਕਾਪੀ ਹੈ ਉਹਦੇ ਉੱਤੇ ਕੱਲੀ ਕੱਲੀ ਗੱਲ ਲਿਖਣੀ ਹੈ ਕਿ ਭਾਈ ਆਹ ਗੱਲ ਇਹਨੇ ਆਖੀ ਸੀ, ਲੀਡਰ ਸਾਹਿਬ ਜਵਾਬ ਦਿਓ, ਆਹ ਗੱਲ ਇਹਨੇ ਆਖੀ ਸੀ, ਹੁਣ ਤੁਸੀਂ ਜਵਾਬ ਦਿਓ। ਇਹਨੇ ਜਵਾਬ ਤਾਂ ਫਿਰ ਦੇਤਾ, ਸੁਖਬੀਰ ਬਾਦਲ ਨੇ ਦਿੱਤਾ ਨਹੀਂ ਜਵਾਬ, ਉਹਨਾਂ ਸਾਰੇ ਜਵਾਬ ਦਿੱਤੇ। ਹੁਣ ਜਵਾਬਾਂ ਦੇ ਵਿੱਚੋਂ ਇੱਕ ਚੀਜ਼ ਜਿਹੜੀ ਮੈਨੂੰ ਲੱਗਦਾ ਹੁੰਦਾ ਵੀ ਇਸ ਵਕਤ ਸਭ ਤੋਂ ਵੱਡਾ ਰੋਗ ਹੈ, ਉਸ ਰੋਗ ਦੇ ਉੱਪਰ ਜਿਹੜਾ ਜਵਾਬ ਸੀ ਸੁਣ ਕੇ ਮੈਨੂੰ ਬੜਾ ਅਜੀਬ ਲੱਗਿਆ। ਉਹ ਕਹਿੰਦੇ ਦੇਖੋ ਗੱਲ ਇਹ ਹੈ ਕਿ ਵੀ ਇਸ ਵਕਤ ਸਵਾਲ ਪੁੱਛਿਆ ਗਿਆ ਵੀ ਮਹਾਰਾਜ ਗੱਲ ਇਹ ਹੈ ਵੀ ਜਿੱਥੇ ਤੁਸੀਂ ਚਲੇ ਜੀ ਉੱਥੇ ਹਾਲਤ ਮਾੜੀ ਹੈ, ਬਹੁਤ ਮੰਦਾ ਹਾਲ ਹੈ, ਜਿੱਥੇ ਕੋਈ ਦਫ਼ਤਰ ਜਾਣਾ ਹੋਵੇ ਪੈਸੇ ਤੋਂ ਬਿਨਾਂ ਕੰਮ ਨਹੀਂ ਹੁੰਦਾ। ਇਹ ਕਹਿੰਦੇ ਕੀਤਾ ਕਤਰੇ ਸਾਰਾ ਕੁਛ ਆ ਕਾਂਗਰਸ ਪਾਰਟੀ ਵਾਲਿਆਂ ਨੇ। ਮੈਂ ਤੇ ਖੋਲ ਕੇ ਗਿਆ ਸੀ ਸੇਵਾ ਕੇਂਦਰ ਵੀ ਤੁਹਾਡੇ ਪਿੰਡ 'ਚ ਕੰਮ ਆ, 10 ਦੀ ਪਰਚੀ, ਕੰਮ ਕਰਾਓ, ਮੌਜਾਂ ਕਰੋ, ਕੀ ਲੋੜ ਪਈ ਉੱਥੇ ਦਫ਼ਤਰ ਜਾਣ ਦੀ। ਲਾਗੂ ਨੂੰ ਨਹੀਂ ਮਾਰ ਹੋਣੀ ਵੀ ਕਹਿੰਦੇ ਹਾਂਜੀ ਹਾਂਜੀ ਬਿਲਕੁਲ ਕੀਤਾ ਜੀ, ਗੱਲ ਕਰੋ ਕੀਤਾ ਕਿ ਨਹੀਂ ਕੀਤਾ। ਉਹ ਕਹਿੰਦੇ ਫਿਰ ਬੰਦ ਕਿਉਂ ਕਰਦੇ, ਕਹਿੰਦਾ ਪੁੱਛੋ ਕੈਪਟਨ ਨੂੰ, ਮੈਂ ਥੋੜ੍ਹਾ ਕੀਤੇ ਵੇ। ਉਹ ਗੱਲ ਠੀਕ ਆ। ਦੂਜੀ ਗੱਲ ਜਿਹੜੀ ਕਰਪਸ਼ਨ ਵਾਲੀ, ਤੇ ਮੈਨੂੰ ਲੱਗਦਾ ਵੀ ਹੁਣ ਜਾਂ ਤਾਂ ਉਹ ਕਿਤੇ ਕਾਲੀ ਕਾਲੀ ਕਹਿ ਗਏ ਜਾਂ ਫਿਰ ਉਦੋਂ ਕਿਤੇ ਬਿਨਾਂ ਸੋਚੇ ਮੂੰਹ 'ਚ ਗੱਲ ਨਿਕਲ ਗਈ। ਉਹ ਕਹਿੰਦੇ ਦੇਖੋ ਗੱਲ ਪਤਾ ਕੀ ਜੇ ਤੁਸੀਂ ਆਖੋ ਨਾ ਵੀ ਮੈਂ ਕਰਪਸ਼ਨ ਬਿਲਕੁਲ ਬੰਦ ਕਰ ਦੂੰ, ਇਹ ਨਹੀਂ ਜੀ ਹੋਣੀ, ਉਹਦੇ ਇੱਦਾਂ ਕਿੱਦਾਂ ਨਹੀਂ ਹੋਣੀ। ਉਹ ਕਹਿੰਦੇ ਵੀ ਉੱਪਰ ਬੈਠੇ ਆਪਾਂ, ਥੱਲੇ ਇੰਨਾ ਲੰਮਾ ਚੌੜਾ ਸਿਸਟਮ ਆ, ਕਿਹੜੀ ਕੁਰਸੀ 'ਤੇ ਬੈਠਾ ਕਿਹੜਾ ਕੀ ਛਕਾਈ ਜਾਂਦਾ ਕਿਤੇ ਪਤਾ ਥੋੜ੍ਹਾ ਲੱਗਦਾ। ਹੁਣ ਮੈਂ ਕੁਦਰਤੀ ਸੋਚਦਾ ਸੀ ਯਾਰ ਵੀ ਜੇ ਮੰਨ ਲਓ ਫਿਊਚਰ ਦੇ ਮੁੱਖ ਮੰਤਰੀ ਦਾ ਚਿਹਰਾ ਉੱਪਰ ਬਿਲਕੁਲ ਉੱਥੋਂ ਇਹ ਉੱਦਾਂ ਹੀ ਹੋਗਾ ਵੀ ਟੈਂਕੀ 'ਚੋਂ ਪਾਣੀ ਆਉਣਾ, ਥੱਲੇ ਅਲੱਗ-ਅਲੱਗ ਟੂਟੀਆਂ 'ਚੋਂ ਆਉਂਦਾ, ਅਤੇ ਬੰਦਾ ਕੋਈ ਸਵਾਲ ਕਰੇ ਯਾਰ ਫਲਾਨੀ ਟੂਟੀ ਲੀਕ ਹੈ, ਇਹਦਾ ਮਤਲਬ ਉੱਤੋਂ ਟੈਂਕੀ 'ਚ ਕੋਈ ਕੰਟਰੋਲ ਤਾਂ ਹੋਊਗਾ ਵੀ ਟੂਟੀ ਲੀਕ ਹੋਣੋਂ ਬੰਦ ਹੋ ਜੇ। ਅਤੇ ਜੇ ਟੈਂਕੀ ਇਹ ਆਖੀ ਜਾਵੇ ਵੀ ਯਾਰ ਸਾਨੂੰ ਨਹੀਂ ਪਤਾ ਕਿਹੜੀ ਟੂਟੀ ਲੀਕ ਹੋ ਜਾਂਦੀ ਆ, ਉਹ ਜਵਾਬ ਮੈਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਪੋਲੀਟੀਕਲ ਪਾਰਟੀਆਂ ਦੂਜੇ ਵਿਰੋਧੀ ਚੱਕ ਲੈਣ। ਸੰਧਾਲੀ ਸਾਹਿਬ ਇਹ ਬਹੁਤ ਜ਼ਰੂਰੀ ਹੈ, ਕਿਉਂਕਿ ਹੇਠਲੇ ਪਾਸਿਓਂ ਤਾਂ ਜੇ ਲੋਕ ਭ੍ਰਿਸ਼ਟਾਚਾਰ ਬੰਦ ਕਰਨ ਤੇ ਆ ਗਿਆ ਤਾਂ ਫਿਰ ਤੰਗੀ ਬਹੁਤ ਹੋਊਗੀ। ਪਹਿਲੀ ਗੱਲ ਇਹ ਸਾਰੀਆਂ ਪਾਰਟੀਆਂ ਮਤਲਬ ਉਹ ਤਾਂ ਇਹ ਹੁੰਦਾ ਨਾ ਵੀ ਟੂਟੀ ਉਹਨਾਂ ਪੁੱਟ ਲੈਣ ਤੇ ਡੱਕਾ ਉਡਾ ਦੇਣਾ ਵਿੱਚ, ਡੱਕਾ ਉਡਾ ਦੇਣਾ, ਤੇ ਉਹ ਫਿਰ ਡੱਕਾ ਜਿਹੜਾ ਉਹ ਉਡਾਉਂਦੇ ਆ ਤੇ ਉਹ ਕਈ ਵਾਰੀ ਉੱਪਰੋਂ ਝੰਡ ਕਰ ਦਿੰਦੇ ਆ ਵੀ ਉਹਨੇ ਨਿੱਕੇ ਬਸ ਕਹਿ ਰਹੇ ਹੁੰਦਾ ਨਾ ਕਿ ਨਾਟਕ ਤਾਂ ਹੁੰਦਾ ਕਿ ਕੱਸਣਾ, ਚਾਬੀ ਨਾ ਕੱਸਣਾ ਕਿ ਮੁੜ ਕੇ ਖੋਲ੍ਹਣਾ ਪੈਣਾ। ਇੱਕ ਹੁੰਦਾ ਕੱਸ ਕੇ ਚੰਗੀ ਤਰ੍ਹਾਂ ਝੰਡ ਕਰ ਦੇਣੀ, ਮੁੜ ਕੇ ਨਾ ਨਾਟਕ ਕਿਸੇ ਜੋਗਾ ਰਹਿਣਾ ਤੇ ਨਾ ਉਹ ਚੀਜ਼ ਕਿਸੇ ਜੋਗੀ ਰਹਿਣੀ। ਜੇ ਥੱਲਿਓਂ ਕੰਮ ਹੋਇਆ ਉਹ ਤਾਂ ਹੋਣਾ ਇੱਦਾਂ। ਸਾਰੀਆਂ ਸਿਆਸੀ ਪਾਰਟੀਆਂ ਜਿੰਨੇ ਵੀ ਸੱਤਾ ਦੇ ਵਿੱਚ ਅੱਜ ਤੱਕ ਰਹੇ ਨੇ, ਉਹਨਾਂ ਨੂੰ ਇਹ ਗੱਲ ਸਮਝਣੀ ਪਊਗੀ ਕਿ ਮਸਲਾ ਤਾਂ ਉੱਪਰਲੇ ਪਾਸੇ ਵੀ ਬੰਦ ਹੋਣਾ ਭਾਈ। ਹਾਂ ਮਤਲਬ ਉਹ ਉੱਥੇ ਕਿਤੇ ਨਾ ਕਿਤੇ ਜੇ ਜਵਾਬ ਮੇਰੇ ਖਿਆਲ ਨਾਲ ਕਲੀਅਰ ਦੇ ਦਿੰਦੇ ਵੀ ਆਪਾਂ ਹੁਣ ਜੇ ਦੇਖੋ ਜੀ ਕਰਪਸ਼ਨ ਦਾ ਤੁਹਾਨੂੰ ਰੌਲਾ, ਤੇ ਇਹਦਾ ਸਾਡੇ ਕੋਲ ਰੋਡ ਮੈਪ ਕੀ ਹੈ। ਕਿਉਂਕਿ ਮੈਨੂੰ ਇਹ ਜਾਪਦਾ ਵੀ ਹੁਣ ਤੱਕ ਦੀ ਜਿਹੜੀ ਸਿਆਸਤ ਇਸ ਪਾਸੇ ਆਉਂਦੀ ਹੈ ਨਾ ਵੀ ਜਿੱਦਾਂ ਖਾਦ ਨਹੀਂ ਪਾਈਦੀ ਵੀ ਝੋਲੀ ਭਰ ਲਈ ਅਤੇ ਦੇ ਮੁੱਠ ਤੇ ਮੁੱਠ ਇੱਦਾਂ ਹੈ, ਉਹ ਕੰਮ ਜੇ ਤੇ ਆਪਾਂ ਇੱਦਾਂ ਚਲਾਉਣਾ
ਤੇ ਫਿਰ ਤੇ ਠੀਕ ਆ ਵੀ ਯਾਰ ਇੱਧਰ ਵੀ ਲਾ ਰਹੇ ਉੱਧਰ ਵੀ ਲਾ ਰਹੇ, ਖਲਾਰਾ ਖਲੋਰਾ ਪਾ ਕੇ ਵਿਹਲੇ। ਤੇ ਜੇ ਆਪਾਂ ਗੱਲ ਕਰਨੀ ਲੌਜਿਕ ਦੀ ਵੀ ਭਾਈ ਸਾਹਿਬ ਇੱਥੇ ਆ ਨੁਕਸ ਹੈ, ਆ ਇਹਦਾ ਪਲਾਨ ਆ, ਇੱਥੋਂ ਆ ਕਮਜ਼ੋਰੀ ਹੈ, ਇਹਨੂੰ ਇਦੋਂ ਤੱਕ ਆਪਾਂ ਬੰਦ ਕਰ ਦਾਂਗੇ। ਮੇਰੇ ਖਿਆਲ ਨਾਲ ਜੀ ਉਸ ਹਿਸਾਬ ਨਾਲ ਵੀ ਥੋੜਾ ਜ਼ਰੂਰੀ ਨਹੀਂ ਅਕਾਲੀ ਦਲ, ਬਾਕੀ ਪਾਰਟੀਆਂ ਵੀ ਸੋਚ ਲੈਣ, ਸਾਰੀਆਂ ਸੋਚ ਲੈਣ। ਜੇ ਇੱਕ ਤਰ੍ਹਾਂ ਸੋਚ ਕੇ ਲੋਕਾਂ ਦੇ ਸਾਹਮਣੇ ਰੋਡ ਮੈਪ ਰੱਖਣ ਤੇ ਫਿਰ ਮੇਰੇ ਖਿਆਲ ਨਾਲ ਉਹ ਜਿਹੜੀ ਡਿਸਕਸ਼ਨ ਹੁੰਦੀ ਆ ਜਾਂ ਆਪਸ 'ਚ ਗੱਲਬਾਤ ਹੁੰਦੀ ਆ, ਜੇ ਲੋਕ ਸਵਾਲ ਵੀ ਪੁੱਛਦੇ ਆ ਤੇ ਹੋ ਸਕਦਾ ਵੀ ਉਹਦਾ ਜਵਾਬ ਉੱਥੇ ਗੋਲ ਕਰਨ ਦੀ ਬਜਾਏ ਕੋਈ ਲਾਗੇ ਇੱਕ ਅੱਧੇ ਬੰਦੇ ਮੇਰੇ ਵਰਗੇ ਨੂੰ ਕਹਿ ਦੇਣ ਵੀ ਤੂੰ ਕਾਗਜ਼ ਤੇ ਲਿਖ ਲਾ, ਆਪਾਂ ਜਾ ਕੇ ਆ ਕੰਮ ਕਰਨਾ ਹੀ, ਇਹ ਫਿਰ ਟੂਟੀ ਲੀਕ ਹੋਣੋਂ ਬੰਦ ਹੋਣੀ ਆ। ਇਹ ਕਈ ਵਾਰੀ ਰੂਬਾ ਸੀਲ ਲਾਉਣੀ ਪੈਂਦੀ ਆ, ਬਹੁਤ ਹੈ ਨਾ ਪਜਾਣੀ ਮੁੜ ਕੇ ਯਾਰ ਨਾ ਜੋ ਉਹ ਹੁਣ ਰੂਬਾ ਸੀਲ ਤਾਂ ਲਾਉਣੀ ਪਊਗੀ। ਦੇਖੋ ਇੱਕ ਗੱਲ ਸੰਧਾਲੀਆ ਸਾਹਿਬ ਬੜੀ ਕਲੀਅਰ ਹੈ ਸਾਰੀ ਸਿਆਸੀ ਪਾਰਟੀਆਂ ਲਈ, ਕਰਜ਼ਾ ਪੰਜਾਬ ਦੇ ਸਿਰ ਹੈਗਾ, ਮੁੱਕਣਾ ਨਹੀਂ ਛੇਤੀ, ਕਿਸ਼ਤਾਂ ਸਾਨੂੰ ਦੇਣੀਆਂ ਪੈਣੀਆਂ, ਆਮਦਨ ਦੇ ਬਹੁਤੇ ਵਸੀਲੇ ਆਉਣੇ ਨਹੀਂ ਕਿਉਂਕਿ ਇਨਵੈਸਟਮੈਂਟ ਨਾਲ ਆਉਂਦੇ ਆ ਤੇ ਇਨਵੈਸਟਮੈਂਟ ਆਲੇ ਦੁਆਲੇ ਵਾਲੇ ਸੂਬਿਆਂ ਜਾਂਦੀ ਹੈ ਜਿੱਥੇ ਟੈਕਸ ਥੋੜਾ। ਸਾਡੇ ਕੋਲੇ ਤਾਂ ਸਿਆਸੀ ਪਾਰਟੀਆਂ ਨਾਲ ਇੱਕੋ ਹੱਲ ਆ ਕਿ ਲੋਕਾਂ ਨੂੰ ਜੇ ਪੈਸੇ ਨਹੀਂ ਦੇ ਸਕਦੇ ਤਾਂ ਦਫ਼ਤਰਾਂ 'ਚੋਂ ਖੱਜਲ ਖੁਆਰੀ ਮੁਕਾ ਦਿਓ। ਘੱਟੋ ਘੱਟ ਲੋਕਾਂ ਦੇ ਪੈਸੇ ਰਿਸ਼ਵਤ ਦੇ ਵਿੱਚ ਨਾ ਲੱਗਣ, ਲੋਕਾਂ ਦੀ ਫਾਈਲ ਵੇਲੇ ਸਿਰ ਜਾਵੇ। ਜੇ ਲੋਕਾਂ ਦੀ ਫਾਈਲ ਵੇਲੇ ਸਿਰ ਅੱਗੇ ਤੁਰੂਗੀ, ਲੋਕਾਂ ਦਾ ਘੱਟੋ ਘੱਟ 3 ਚੱਕਰਾਂ ਦਾ ਕਿਰਾਇਆ ਹੀ ਬਚ ਜੂ। ਹੁਣ ਇੱਥੇ ਤੇ ਇਹ ਬਹੁਤ ਵੱਡੀ ਗੱਲ ਹੈ। ਮੇਰਾ ਖਿਆਲ ਆਪਾਂ ਕਈ ਵਾਰਾਂ ਕਹਿ ਚੁੱਕੇ ਹਾਂ, ਹਾਲਾਂਕਿ ਹੋ ਸਕਦਾ ਵੀ ਸੁਖਬੀਰ ਬਾਦਲ ਸਾਹਿਬ ਨੇ ਉਦੋਂ ਕਾਲੀ ਚੋ ਗੱਲ ਕਹਿਤੀ ਹੋਵੇ, ਕਰਪਸ਼ਨ ਮੁੱਕ ਜੇ। ਮੰਨ ਲਓ ਵੀ ਅਗਲੇ ਨੂੰ ਪਤਾ ਵੀ ਯਾਰ ਇੱਥੇ ਹੁਣ ਰੌਲਾ ਕੀ ਆ, ਆਪਾਂ ਇੱਥੇ ਜਿਹਦੇ ਨਾਲ ਗੱਲ ਕਰਦੇ ਅਗਲਾ ਬੰਦਾ ਇਹੋ ਕਹਿੰਦਾ ਯਾਰ ਸਿਸਟਮ ਹੈ ਨਹੀਂ। ਹੁਣ ਸਿਸਟਮ ਨੂੰ ਉੱਥੇ ਕਿਹੜਾ ਵੀ ਦੁਬਾਰਾ ਖਾਲ ਕੱਢ ਕੇ ਆਡਾਂ ਪਾਉਣੀਆਂ ਵੀ ਹਾਂਜੀ ਭਾਈ ਸਾਹਿਬ ਇੱਧਰੋਂ ਵੱਟੇ 4 ਕਿਆਰੇ ਇਹਦੇ ਕਰ ਲਓ, ਮੋਟਰ ਨਿੱਕੀ ਆਪਣਾ ਛੇਤੀ ਭਰ ਜਾਇਆ ਕਰੂ, ਇਹ ਤਾਂ ਹਿਸਾਬ ਲਾਉਣਾ ਨਹੀਂ। ਆਲਰੇਡੀ ਉੱਪਰੋਂ ਸਿਸਟਮ ਬਣਿਆ ਵੀ ਆ ਫਲਾਨਾ ਸਾਹਿਬ ਆ, ਇਹਦੇ ਥੱਲੇ ਫਲਾਨਾ ਮਹਿਕਮਾ, ਇਹਦੇ ਥੱਲੇ ਫਲਾਨਾ ਸਟਾਫ, ਇਹਦਾ ਫਲਾਣੇ ਥਾਂ ਤੇ ਇਹਨੇ ਫਲਾਨਾ ਕੰਮ ਕਰਨਾ। ਤੇ ਜੇ ਅਗਲੇ ਬੰਦੇ ਨੂੰ ਕਹਿੰਦੇ ਆ ਵੀ ਸਰਕਾਰ ਕਹਿੰਦੇ ਵੀ ਵੀਰ ਤੈਨੂੰ ਤਨਖਾਹ ਦਿੰਦੇ ਆ, ਨਜ਼ਾਰੇ ਤੂੰ ਲੈਣਾ, ਜਿਹੜਾ ਬੰਦਾ ਤੇਰੇ ਕੋਲੇ ਆਉਂਦਾ ਜਿਹੜੀ ਕੋਈ ਮਾੜੀ ਮੋੜ ਸਰਦੀ ਬਣਦੀ ਫੀਸ ਸਰਕਾਰ ਨੇ ਰੱਖੀ ਉਹ ਲੈ ਉਹਦਾ ਕੰਮ ਕਰਦੇ, ਅਗਲੇ ਬੰਦੇ ਦਾ ਕੰਮ ਹੋ ਜਾਊਗਾ, ਅਗਲਾ ਮੌਜਾਂ ਕਰੂਗਾ, ਢੋਲੇ ਦੀਆਂ ਗਾਊਗਾ, ਉਹਨੂੰ ਕੀ ਲੋੜ ਪਈ ਬਹੁਤੇ ਟੈਨਸ਼ਨ ਲੈਣ ਦੀ। ਸੰਧਾਲੀਆ ਸਾਹਿਬ ਉਹਦੇ ਲਈ ਇੱਕ ਗੱਲ ਜਿਹੜੀ ਬਹੁਤ ਜ਼ਰੂਰੀ ਹੈ ਉਹ ਹੈਗੇ ਅਸਾਮੀਆਂ ਪੂਰੀਆਂ ਕਰਨੀਆਂ। ਕਿਉਂਕਿ ਲੋਕਾਂ ਕੋਲ ਪੰਜਾਬ ਰੋਡਵੇਜ ਹੋਵੇ, ਅਸਲੀ ਪੰਜਾਬ ਰੋਡਵੇਜ, ਉਹ ਲੋਕਾਂ ਦੇ ਨਿਆਣਿਆਂ ਨੂੰ ਤੇ ਜਿਹੜੇ ਲੋਕ ਕੰਮ ਕਰਨ ਜਾਂਦੇ ਉਹਨਾਂ ਨੂੰ ਪਿੰਡੋਂ ਚੁੱਕੇ। ਜੇ ਪਿੰਡੋਂ ਚੁੱਕੂ ਉਹਨਾਂ ਨੂੰ ਆਪਣਾ ਵਹੀਕਲ ਲੈਣ ਦੀ ਲੋੜ ਨਹੀਂ, ਜੇ ਵਹੀਕਲ ਲੈਣ ਦੀ ਲੋੜ ਨਹੀਂ ਉਹਨਾਂ ਦੀ ਇੱਕ ਪੂੰਜੀ ਨਹੀਂ ਲੱਗੂਗੀ। ਤੇ ਜਦੋਂ ਬੱਚਾ ਸਰਕਾਰੀ ਬੱਸ ਦੇ ਵਿੱਚੋਂ ਜਾਊਗਾ, ਛੇਤੀ ਬੱਸ ਮਿਲ ਜਾਊ, ਸਰਕਾਰੀ ਸਕੂਲ ਤੇ ਕਾਲਜ ਦੇ ਵਿੱਚ ਪੜੂਗਾ, ਉੱਥੇ ਪੂਰੇ ਪ੍ਰੋਫੈਸਰ ਲੈਕਚਰਰ ਅਧਿਆਪਕ ਹੋਣਗੇ, ਪੈਸੇ ਘੱਟ ਲੱਗਣੇ ਆ। ਉਹਨੂੰ ਪਤਾ ਹੈ ਕਿ ਭਾਈ ਮੇਰਾ ਜੇ ਲੋਨ ਸੈਂਕਸ਼ਨ ਹੋਣਾ ਤੇ ਮੈਨੂੰ ਕਿਸੇ ਨੂੰ ਨਾਲ ਲਿਜਾਣ ਦੀ ਲੋੜ ਨਹੀਂ। ਜਦ ਅੱਜ ਕੱਲ੍ਹ ਨੀਲੇ ਕਾਰਡਾਂ ਦੇ ਸਟਿੱਕਰਾਂ ਦਾ ਰੌਲਾ ਪਿਆ, ਉਹਨੂੰ ਪਤਾ ਹੈ ਕਿ ਭਾਈ ਇਦਾਂ ਕੰਮ ਨਹੀਂ ਚੱਲਣਾ, ਮੈਂ ਜਾਣਾ ਹੈ ਤੇ ਮੇਰਾ ਕੰਮ ਹੋ ਜਾਣਾ ਹੈ, ਮੈਂ ਥਾਣੇ ਜਾਣਾ ਤੇ ਮੈਨੂੰ ਪੈਸਿਆਂ ਦੀ ਲੋੜ ਨਹੀਂ, ਮੇਰਾ ਕੁਝ ਵੀ ਕੰਮ ਕਰਾਉਣ ਵਾਲਾ ਤੇ ਮੈਨੂੰ ਰਿਸ਼ਵਤ ਨਹੀਂ ਦੇਣੀ ਪੈਣੀ, ਜੇ 500 ਲੈ ਕੇ ਚੱਲਾਂ ਤਾਂ 500 ਦੀਆਂ ਚੀਜ਼ਾਂ ਲੈ ਕੇ ਮੁੜੂੰਗਾ। ਉਹਦੇ ਨਾਲ ਜਿਹੜੀ ਇੱਕ ਮਾਨਸਿਕ ਤੌਰ ਦੇ ਉੱਤੇ ਖੁਸ਼ੀ ਪੰਜਾਬ ਦੇ ਲੋਕਾਂ ਨੂੰ ਮਿਲਣੀ ਹੈ, ਉਹ ਗਰਾਂਟਾਂ ਤੋਂ, ਪੱਕੀਆਂ ਨਾਲੀਆਂ ਤੋਂ, ਖੜੰਜੇ ਵਾਲੀ ਗਲੀ ਤੋਂ, ਬੱਜਰੀ ਵਾਲੀ ਸੜਕ ਤੋਂ ਸਭ ਤੋਂ ਉੱਪਰ ਹੈ। ਹੁਣ ਇੱਕ ਮੋਟੀ ਜਿਹੀ ਗੱਲ ਹੈ, ਜੇ ਨਜਾਇਜ਼ ਮਾਈਨਿੰਗ ਰੋਕ ਦਿੱਤੀ ਜਾਵੇ, ਪੈਸੇ ਥੋੜੀ ਲੱਗਦੇ ਆ, ਪੈਸੇ ਆਉਂਦੇ ਆ ਖਜ਼ਾਨੇ ਨੇ, ਵੈਸੇ ਗੱਲ ਕਰਦੇ ਉਹਨੂੰ ਬੰਦ ਹੋ ਜਾਂਦੇ ਆ। ਉਹ ਨਹੀਂ, ਉਹ ਤਾਂ ਨਿੱਜੀ ਤੌਰ ਤੇ ਬੰਦ ਹੁੰਦੇ ਆ ਨਾ। ਫਿਰ ਉਹ ਗੱਲ ਰੌਲਾ ਤਾਂ ਇਸੇ ਚੀਜ਼ ਦਾ। ਚਲੋ ਮੈਂ ਹੋਰ ਕਹਿਣਾ, ਜੇ ਪ੍ਰਾਈਵੇਟ ਪਲਾਂਟ ਬਿਜਲੀ ਵਾਲੇ ਤਰਾਜ ਹੈਗਾ, ਉਹਨਾਂ ਨੂੰ ਹੌਲੀ ਕਰਕੇ ਸਮੇਟ ਦਿਓ, ਉਹਦੇ ਨਾਲ ਪੈਸੇ ਲੱਗਣੇ ਨਹੀਂ ਹੈ, ਪੈਸੇ ਜਾਣੇ ਘਟ ਜਾਣੇ ਆ ਸਗੋਂ ਸਰਕਾਰੀ ਖਜ਼ਾਨੇ ਦੇ। ਜਾਣੀ ਬਹੁਤ ਕੁਝ ਹੈਗਾ, ਕੱਲਾ ਖਜ਼ਾਨਾ ਖਾਲੀ ਹੈ ਜਾਂ ਲੋਨ ਲੈਣਾ ਇਹਦੇ ਨਾਲ ਹੀ ਕੰਮ ਨਹੀਂ ਚੱਲਣਾ। ਆਪਾਂ ਗੱਲ ਇੱਥੇ ਸਮਾਪਤ ਕਰਦੇ ਹਾਂ ਕਿ ਜਿਹੜੇ ਦੋਸ਼ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੇ ਲਾਏ ਸੀ ਲੋਕ ਨੋਟ ਕਰ ਲੈਣ, ਉਹਨਾਂ ਦਾ ਬਹੁਤਾ ਜਵਾਬ ਆਮ ਆਦਮੀ ਪਾਰਟੀ ਨੇ ਦਿੱਤਾ ਸੀ, ਅਸੀਂ ਉਡੀਕਦੇ ਹਾਂ। ਦੂਸਰੀ ਗੱਲ, ਹੁਣ ਜਿਹੜੇ ਇਲਜ਼ਾਮ ਇੱਧਰ ਲਾਤੇ ਆ, ਕਿਉਂਕਿ ਅਮਨ ਅਰੋੜਾ ਨੂੰ ਇਹਦਾ ਵੀ ਕਹਿਤਾ, ਉਹ ਕਹਿੰਦੇ ਜੀ ਜਿਹੜਾ 2-2 ਹਜ਼ਾਰ ਰੁਪਈਆ ਕਹਿੰਦੇ ਨੀਲੇ ਕਾਰਡ ਵਾਲੀਆਂ ਬੀਬੀਆਂ ਨੂੰ ਦੇਣਾ ਹੈ, 30 ਲੱਖ ਨੀਲੇ ਕਾਰਡ ਆ, 8500 ਕਰੋੜ ਰੁਪਈਆ ਕਹਿੰਦੇ ਬਣਨਾ ਸਾਲ ਦਾ ਕਰਜ਼ਾ ਸਾਡੇ ਸਿਰ। ਪਹਿਲਾਂ ਵੀ ਇਦਾਂ ਇੱਕ ਵਾਰੀ ਸੁਖਬੀਰ ਸਿੰਘ ਬਾਦਲ ਸਾਹਿਬ ਇਹ ਵੀ ਦੱਸ ਦੇਣ ਕਿ ਉਹ 8500 ਕਰੋੜ ਲਿਆਉਣਾ ਕਿੱਥੋਂ ਆ। ਉਹਨਾਂ ਨੇ 31000 ਕਰੋੜ ਦਾ ਜਿਹੜਾ ਅਨਾਜ ਵਾਲਾ ਮਸਲਾ ਸੀ, ਆਖਰੀ ਦਿਨ ਜਾ ਕੇ ਲੋਨ ਬਣਿਆ ਸੀ, ਉਹ ਵੀ ਕੰਮ ਚੱਕ ਲਿਆ। ਪਰ ਸਭ ਤੋਂ ਵੱਡੀ ਗੱਲ ਉਹ ਕਹਿੰਦੇ ਜੀ ਦੇਖੋ ਸਿਧਾਂਤਕ ਤੌਰ ਤੇ ਪੰਜਾਬ ਦੇ ਨਾਲ ਧੋਖਾ ਹੈ ਕਿ ਨੌਕਰੀਆਂ ਦੇਣ ਦੀ ਥਾਂ ਜਦੋਂ ਇਹ ਕਿਹਾ ਗਿਆ ਕਿ ਬੱਚਿਆਂ ਨੇ ਬਾਹਰ ਜਾ ਕੇ ਪੜ੍ਹਨਾ ਤਾਂ ਉਹਨਾਂ ਨੂੰ ਇੰਨਾ ਕੁ ਲੋਨ ਬਿਨਾਂ ਵਿਆਜ ਦੇ ਦਿਆਂਗੇ, ਉਹ ਕਹਿੰਦੇ ਗਲਤ ਹੈ। ਬਾਕੀ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਦਾ ਚੈਲੰਜ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਦੇ ਲਈ ਹੈ, ਸੁਖਬੀਰ ਸਿੰਘ ਬਾਦਲ ਹੋਰਾਂ ਦੇ ਲਈ ਵੀ ਹੈ। ਅਸੈਪਟ ਹੁੰਦਾ ਕਿ ਨਹੀਂ ਹੁੰਦਾ ਆਉਣ ਵਾਲੇ ਦਿਨਾਂ 'ਚ ਪਤਾ ਲੱਗੂ। ਮੈਂ ਕਿਹਾ ਸੀ ਨਾ ਵੀ ਆਮ ਆਦਮੀ ਪਾਰਟੀ ਸਹੀ ਹੁੰਦਿਆਂ ਵੀ ਗੋਡਨੀਆਂ ਲਵਾ ਬਹਿਣੀਆਂ ਜਾਪਦੀਆਂ ਹੁੰਦੀਆਂ। ਦੇਖੋ ਗੱਲ ਇਹ ਆ ਕਿ ਵੀ ਜਦੋਂ ਸਾਹਮਣੇ ਵਾਲਾ ਭਲਵਾਨ ਘੁਲਦਾ ਨਾ, ਉਹ ਦੇਖ ਲੈਂਦਾ ਡੀਲ ਡੌਲ ਤੋਂ ਵੀ ਕਿੱਦਾਂ ਦਾ ਹਿਸਾਬ ਤਾ ਵਾ। ਉਹ ਕਹਿੰਦਾ ਯਾਰ ਡੌਲੇ ਵੀ ਤਕੜੇ, ਥੋੜਾ ਕੱਦ ਕਾਠੀ ਦਾ ਵੀ ਫੈਟੀ, ਉਹ ਤੇ ਪੱਬ ਵੀ ਪੂਰਾ ਚੁੱਕਦਾ, ਖੋਚੇ ਦੀ ਉੱਠਦੀ ਆ, ਕਰੀਏ ਕੀ। ਇੱਧਰੋਂ ਉੱਧਰੋਂ ਕੋਈ ਕੰਨ 'ਚ ਫੂਕ ਮਾਰ ਦਿੰਦਾ, ਇਹਦਾ ਨਾ ਗਿੱਟਾ ਟੁੱਟਾ ਸੀ, ਇਹਦੇ ਗਿੱਟੇ ਤੇ ਥੋੜਾ ਜਿਹਾ ਹੱਥ ਵੇਖੀ ਉੱਥੇ ਰੱਖ, ਬਾਕੀ ਠੀਕ ਆ, ਦਾਬ ਲਾ ਦਾਬ। ਹਾਂ, ਇੱਕ ਵਾਰ ਗਿੱਟਾ ਤੇਰੇ ਹੱਥ 'ਚ ਆ ਗਿਆ ਨਾ ਤੇ ਉਦੋਂ ਮਾੜਾ ਜਿਹਾ ਜ਼ੋਰ ਉੱਥੇ ਪਾਈ, ਬਾਕੀ ਇਹਨੇ ਆਪੇ ਕਾਬੂ ਆ ਜਾਣਾ।
ਹੁਣ ਮੈਨੂੰ ਲੱਗਦਾ ਵੀ 2017 ਦੇ ਵਿੱਚ ਜਿਹੜਾ ਗਿੱਟਾ ਟੁੱਟਾ ਸੀ ਆਮ ਆਦਮੀ ਪਾਰਟੀ ਦਾ, ਮੁੱਖ ਮੰਤਰੀ ਦਾ ਚਿਹਰਾ ਨਾ ਹੋਣ ਕਰਕੇ, ਉਹ ਹੌਲੀ ਠੀਕ ਹੋਇਆ ਕਿ ਨਹੀਂ ਹੋਇਆ, ਪਲਸਤਰ ਕਰਾਇਆ ਜਾਂ ਫਿਰ ਉੱਤੇ ਹੋਰ ਕੋਈ ਨਹੀਂ, ਉਹ ਵੰਝ ਬਣਾਏ ਸੀਗੇ, ਉਹ ਗਿੱਟਾ ਜੁੜਿਆ ਨਹੀਂ ਜੁੜਿਆ ਅਜੇ ਤੱਕ ਪੰਜਾਬ ਦੇ ਲੋਕਾਂ ਨੂੰ ਪਤਾ ਨਹੀਂ। ਉਸੇ ਗਿੱਟੇ ਤੋਂ ਫੇਰ ਫੜ ਲਿਆ ਉਹਨਾਂ ਨੇ ਆਣ ਕੇ। ਹੁਣ ਦੇਖੋ ਸੁਖਬੀਰ ਬਾਦਲ ਸਾਹਿਬ ਦਾ ਬਿਆਨ ਸੀ, ਪਹਿਲੀ ਗੱਲ ਤਾਂ ਚਲੋ ਇਹਦੋਂ ਗੱਲੋਂ ਆਮ ਆਦਮੀ ਪਾਰਟੀ ਨੂੰ ਵਧਾਈ ਵੀ ਉਹ ਇਹਨਾਂ ਨੂੰ ਰੇਸ 'ਚ ਗਿਣਦੇ ਆ ਜੀ। ਭਾਸ਼ਣ ਦਿੰਦੇ ਆ, ਕਹਿੰਦੇ 3 ਪਾਰਟੀਆਂ ਮੁੱਖ ਜਿਨ੍ਹਾਂ ਦੀ ਲੜਾਈ ਆ, ਨਹੀਂ ਤਾਂ ਕਹਿੰਦੇ ਹੁੰਦੇ ਹੈ ਹੀ ਨਹੀਂ ਹੁਣ ਘੱਟੋ ਘੱਟ ਇੱਥੇ ਆ ਗਈ। ਇੱਕ ਕਹਿੰਦੇ ਅਕਾਲੀ ਦਲ, ਦੂਜਾ ਕਾਂਗਰਸ, ਅਤੇ ਤੀਜੀ ਆਪ ਵਾਲੀ। ਕਹਿੰਦੇ ਦੇਖੋ ਇਹਨਾਂ 'ਚ ਤੁਸੀਂ ਅੰਦਾਜ਼ਾ ਲਾਓ ਵੀ ਤੁਹਾਡੀ ਪਾਰਟੀ ਕਿਹੜੀ, ਅਕਾਲੀ ਦਲ। ਕਹਿੰਦੇ ਕੈਪਟਨ ਹੁਣੀ ਦਿੱਲੀੋਂ ਚੱਲਦੇ ਆ। ਜੇ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ, ਵੀ ਕੇਜਰੀਵਾਲ ਵੱਲ ਵਹਿੰਦੇ ਆ। ਹੁਣ ਕੇਜਰੀਵਾਲ ਕਹਿੰਦੇ ਦਿੱਲੀੋਂ ਆ ਕੇ ਤੁਹਾਡੇ ਨਾਲ ਵਾਅਦੇ ਕਰੀ ਜਾਂਦਾ, ਉਹਨੂੰ ਬੰਦਾ ਪੁੱਛੇ 300 ਯੂਨਿਟ ਪਹਿਲਾਂ ਦਿੱਲੀ ਤੇ ਦੇ ਲਾ। ਹੁਣ ਗੱਲ ਠੀਕ ਹੈ ਭਾਈ ਸਾਹਿਬ, ਕਿਉਂਕਿ ਜਦ ਜਿਹੜਾ ਬੰਦਾ ਤੁਸੀਂ ਪੜ੍ਹਾਓਗੇ ਆਪਸ ਦੇ ਵਿੱਚ, ਅਗਲੇ ਤੇ ਫਿਰ ਉਹਦੇ ਦੁਆਲੇ ਆਉਣਗੇ। ਰਹੀ ਗੱਲ ਭਗਵੰਤ ਮਾਨ ਹੋਰਾਂ ਦੀ, ਉਹ ਉਹਨਾਂ ਨੂੰ ਪਤਾ ਸੀ ਵੀ 17 ਦੇ ਵਿੱਚ ਵੀ ਇਹ ਤੁੱਕਾ ਲੱਗ ਗਿਆ ਸੀ ਤੇ ਹੁਣ ਆਪਾਂ ਦੁਬਾਰਾ ਢਾਹ ਲਈਏ ਬੰਦੇ ਨੂੰ ਉਸੇ ਮੁੱਦੇ ਤੇ। ਮੇਰੇ ਖਿਆਲ ਨਾਲ ਇਹ ਉਹ ਜਿਹੜੇ 2 ਮਸਲੇ ਆ, ਹਾਲਾਂਕਿ ਆਮ ਆਦਮੀ ਪਾਰਟੀ ਦੇ ਨਾਲ ਜੇ ਆਪਾਂ ਗੱਲ ਕਰੀਏ ਵਿਕਾਸ ਦੀ ਗੱਲ, ਮੁੱਦਿਆਂ ਦੀ ਗੱਲ, ਦੂਜੀ ਤੀਜੀ, ਉੱਤੇ ਆਉਂਦੇ ਹੀ ਨਹੀਂ। ਉਹ ਕਹਿੰਦੇ ਵੀ ਜ਼ਰੂਰ ਅਗਲੇ ਭਲਵਾਨ ਨੂੰ ਤੁਸੀਂ ਮੌਕਾ ਦੇਣਾ, ਗਿੱਟਾ ਦੇਖੋ ਕਿਹੜਾ ਟੁੱਟਾ, ਉੱਥੇ ਹੱਥ ਰੱਖੋ। ਹੋ ਸਕਦਾ ਜੇ ਆਹ ਕੰਮ ਪਿਛਲੇ 4-4.5 ਸਾਲ 'ਚ ਆਮ ਆਦਮੀ ਪਾਰਟੀ ਵਾਲੇ ਕਰ ਲੈਂਦੇ, ਗਿੱਟੇ ਦਾ ਇਲਾਜ ਹੋ ਜਾਂਦਾ ਤੇ ਅੱਜ ਅਗਲੇ ਗਿੱਟੇ ਨੂੰ ਹੱਥ ਨਾ ਪਾਉਂਦੇ। ਸੰਧਾਲੀਆ ਸਾਹਿਬ, ਆਮ ਆਦਮੀ ਪਾਰਟੀ ਜਿਹੜੀ ਹੈ ਨਾ, ਉਹ ਬਹੁਤ ਜ਼ਰੂਰੀ ਹੈ ਪੰਜਾਬ ਦੇ ਵਿੱਚ, ਇਸ ਕਰਕੇ ਕਿਉਂਕਿ ਵਿਰੋਧੀ ਧਿਰ ਜਿੰਨੀ ਤਕੜੀ ਹੋਊਗੀ ਨਾ, ਉਹ ਠੀਕ ਰਹੂਗਾ ਕੰਮ। ਅੱਗੇ ਕੀ ਹੁੰਦਾ ਸੀ, 2 ਹੀ ਪਾਰਟੀਆਂ ਹੁੰਦੀਆਂ ਸੀ, ਉਸੇ ਮੁੱਦੇ ਦੇ ਉੱਤੇ ਸਰਕਾਰ ਨੇ ਆਪਣੀ ਪਿੱਠ ਥਾਪੜੀ ਜਾਣੀ, ਉਹੀ 4 ਮੁੱਦੇ ਵਿਰੋਧੀਆਂ ਨੇ ਚੱਕੀ ਜਾਣੇ। ਇਹ ਜਦੋਂ ਦੀ ਤੀਸਰੀ ਧਿਰ ਆਈ ਆ, ਸਰਕਾਰ ਬਣੇ ਨਾ ਬਣੇ, ਅੱਗੇ ਜਾਵੇ ਪਿੱਛੇ ਜਾਵੇ, ਸਾਨੂੰ ਕੋਈ ਲੈਣਾ ਦੇਣਾ ਨਹੀਂ, ਇਹਨਾਂ ਨੂੰ ਮਜਬੂਰਨ ਹੀ ਸਹੀ ਵੱਖਰਾ ਮੁੱਦਾ ਚੁੱਕਣਾ ਪੈਂਦਾ। ਜਿੱਦਾਂ ਪਿਛਲੀ ਵਾਰੀ ਲਾਲ ਬੱਤੀ ਕਲਚਰ ਦਾ ਮੁੱਦਾ ਚੁੱਕਿਆ ਸੀ, ਇਹ ਕਿਹਾ ਸੀ ਕਿ ਅਸੀਂ ਹੇਠਲੀ ਪੱਧਰ ਤੋਂ ਨਵਿਆਂ ਨੂੰ ਟਿਕਟਾਂ ਦੇਵਾਂਗੇ, ਦਿੰਦੇ ਕਿ ਨਹੀਂ ਦਿੰਦੇ ਵੱਖਰੀ ਗੱਲ ਹੈ। ਇਹ ਵੀ ਕਿਹਾ ਸੀ। ਹੁਣ ਆਮ ਆਦਮੀ ਪਾਰਟੀ ਨੇ ਇੱਕ ਮੁੱਦਾ ਚੁੱਕਿਆ ਨਾ ਕਿ ਕੋਈ ਪੈਨਸ਼ਨ ਚਾਹੀਦੀ ਹੈ, ਹੋਰ ਤਾਂ ਨਹੀਂ ਕੋਈ ਬੋਲਿਆ। ਹਾਲਾਂਕਿ ਇਹਨਾਂ ਦੇ ਬੰਦੇ ਵੀ ਅਜੇ ਤੱਕ ਕੋਲੋਂ ਟੈਕਸ ਦੇਣ ਨੂੰ ਰਾਜੀ ਨਹੀਂ ਹੈਗੇ, ਜਿਹੜਾ ਐਮਐਲਏ ਨੇ, ਇਹਨਾਂ ਦੇ ਬੰਦੇ ਵੀ ਅਜੇ ਖੇਤੀਬਾੜੀ ਵਾਲੀ ਸਬਸਿਡੀ ਛੱਡਣ ਨੂੰ ਰਾਜ਼ੀ ਨਹੀਂ ਹੈਗੇ। ਇਹਨਾਂ ਨੂੰ ਪਹਿਲ ਕਦਮੀਆਂ ਕਰਨੀਆਂ ਚਾਹੀਦੀਆਂ ਜੇ ਇਹਨਾਂ ਨੇ ਮੁਕਾਬਲੇ 'ਚ ਆਉਣਾ। ਸੁਖਬੀਰ ਸਿੰਘ ਬਾਦਲ ਹੋਰਾਂ ਦੇ ਕਹਿਣ ਨਾਲ ਮੁਕਾਬਲੇ 'ਚ ਨਹੀਂ ਆ ਜਾਣਾ, ਕਿਉਂਕਿ ਬਹੁਤ ਕੰਮ ਕਰਨ ਦੀ ਲੋੜ ਹੈ। ਹੁਣ ਤੁਸੀਂ ਦੇਖੋ, ਭੋਲਾ ਵਿਰਕੁਣੀ ਨੇ ਲੁਧਿਆਣੇ ਤੋਂ ਵਾਪਸ ਆ ਗਏ, ਇੱਕ ਸਿੱਧੂ ਹੋਰੀ ਨੇ ਵਾਪਸ ਆ ਗਏ, ਹੋਰ ਸੱਜਣ ਸਿੰਘ ਚੀਮਾ ਹੋਰੀ ਵਾਪਸ ਆ ਗਏ, ਬਹੁਤ ਸਾਰੇ ਬੰਦੇ ਆਮ ਆਦਮੀ ਪਾਰਟੀ 'ਚ ਵਾਪਸ ਆ ਰਹੇ। ਹਾਂ, ਮੁੱਖ ਮੰਤਰੀ ਦਾ ਚਿਹਰਾ ਐਲਾਨਣਾ ਪਊਗਾ। ਜੇ ਮੁੱਖ ਮੰਤਰੀ ਦਾ ਚਿਹਰਾ ਛੇਤੀ ਐਲਾਨ ਦੇਣਗੇ ਇਹਨਾਂ ਦੇ ਲਈ, ਹੁਣ ਸੁਖਬੀਰ ਸਿੰਘ ਬਾਦਲ ਨੇ, ਸਾਰਿਆਂ ਨੂੰ ਪਤਾ ਕਿ ਸੁਖਬੀਰ ਸਿੰਘ ਬਾਦਲ ਮੁੱਖ ਚਿਹਰਾ ਨੇ, ਅਗਲਿਆਂ ਨੇ 100 ਵਿਧਾਨ ਸਭਾ ਹਲਕਿਆਂ ਦਾ ਪ੍ਰੋਗਰਾਮ ਰੱਖ ਲਿਆ, 60 ਚਾਹੀਦੇ ਆ 59। ਠੀਕ ਹੈ ਨਾ, ਅਗਲਿਆਂ ਨੇ ਇੱਕ ਵੱਜਮਾ ਉਹਨਾਂ ਨੂੰ ਪਤਾ ਹੈ, ਕਿਉਂਕਿ ਇਸ ਵੇਲੇ ਇਲੈਕਸ਼ਨ ਤੋਂ ਪਹਿਲਾਂ ਇਹ ਬਹੁਤ ਜ਼ਰੂਰੀ ਹੈ, ਵੋਟਾਂ ਤੋਂ ਪਹਿਲਾਂ, ਕਿ ਆਪਣਾ ਵਰਕਰ ਜਿਹੜਾ ਜੋਸ਼ ਦੇ ਵਿੱਚ ਹੋਵੇ। ਵੋਟਰਾਂ ਤੱਕ ਵਰਕਰ ਨੇ ਜਾਣਾ, ਲੀਡਰ ਨੇ ਨਹੀਂ ਪਹੁੰਚ ਜਾਣਾ। ਦੂਸਰੀ ਗੱਲ, ਅੱਜ ਆਮ ਆਦਮੀ ਪਾਰਟੀ ਇਹ ਗੱਲ ਸਮਝੇ ਕਿ ਅੱਜ ਲੋਕ ਸਵਾਲ ਕਰ ਰਹੇ ਆ। ਕੋਈ ਬੰਦਾ ਪੰਜਾਬ 'ਚ ਕਹਿੰਦਾ ਜੀ ਸਾਡੀ ਗਲੀ ਬਣਾ ਦਿਓ ਨਾ, ਕਿਤੇ ਪੰਜਾਬ ਦੇ ਵਿੱਚ ਸੁਣਿਆ ਕਿ ਆਮ ਲੋਕਾਂ ਨੇ ਕਿਹਾ ਹੋਵੇ ਕਿ ਭਾਈ ਸਾਡੇ ਸਟੇਡੀਅਮ ਨੂੰ ਲੱਖ ਰੁਪਈਆ ਦੇ ਦਿਓ, ਕਿਸੇ ਸੁਣਿਆ ਕਿ ਸਾਡੇ ਧਰਮਸ਼ਾਲਾ ਨੂੰ ਜਾਂ ਸ਼ਮਸ਼ਾਨ ਘਾਟ ਨੂੰ ਪੈਸੇ ਦੇ ਦਿਓ। ਪੰਜਾਬ 'ਚ ਡਿਮਾਂਡ ਹੀ ਨਹੀਂ ਹੈਗੀ, ਨਾ ਅੱਜ ਵੱਡੀਆਂ ਸਿਆਸੀ ਪਾਰਟੀਆਂ ਕਹਿ ਰਹੀਆਂ। ਅੱਜ ਲੋਕ ਮੁੱਖ ਮੁੱਦਿਆਂ ਤੇ ਆ ਰਹੇ ਆ, ਚਾਹੇ ਉਹ ਖੇਤੀ ਦਾ ਹੋਵੇ, ਚਾਹੇ ਉਹ ਸਕੂਲਾਂ ਤੇ ਕਾਲਜਾਂ ਦਾ ਹੋਵੇ, ਚਾਹੇ ਕੋਵਿਡ ਦੇ ਕਰਕੇ ਸਿਹਤ ਸਹੂਲਤਾਂ ਦਾ ਮੁੱਦਾ ਭੁੱਖਿਆ। ਆਮ ਆਦਮੀ ਪਾਰਟੀ ਚੰਗਾ ਕਰੇ, ਇਹ ਨਹੀਂ ਕਿ ਉਹਨਾਂ ਦੀ ਸਰਕਾਰ ਬਣੇ, ਇਸ ਕਰਕੇ ਕਿ ਜੋ ਉਹ ਕਰਦੇ ਆ ਬਾਕੀਆਂ ਨੂੰ ਅਡਾਪਟ ਕਰਨਾ ਪੈਂਦਾ। ਕਿ ਅੱਜ ਤੁਸੀਂ ਰੋਡ ਮੈਪ ਦਿਓ, ਨਾਲ ਪੈਸੇ ਦੱਸੋ ਕਿੰਨੇ ਆ ਖਜ਼ਾਨੇ 'ਚ, ਨਾਲ ਇਹ ਦੱਸੋ ਕਿ ਕਿੱਥੋਂ ਲਿਆਓਗੇ, ਨਾਲ ਇਹ ਦੱਸੋ ਕਿ ਭਾਈ ਮੁਫਤ ਨਹੀਂ ਦੇ ਹੋਣਾ, ਥੋੜੇ ਜਿਹੇ ਪੈਸੇ ਤਾਂ ਲਵਾਂਗੇ ਪਰ ਦਵਾਂਗੇ, ਆ ਗੱਲ ਜ਼ਰੂਰ। ਤੇ ਦਿੱਲੀ ਦੀਆਂ ਨਾਲ ਉਦਾਹਰਨਾਂ ਦੇ ਦਿਓ, ਬਾਕੀ ਪਾਰਟੀਆਂ ਨੂੰ ਉਧਰ ਤੁਰਨਾ ਪੈਣਾ। ਨਹੀਂ ਤੁਰਨਾ ਪੈਣਾ। ਇਹਦੇ 'ਚ ਆਪਾਂ ਇਹ ਵੀ ਜ਼ਿਕਰ ਕਰਦੇ ਵੀ ਦੇਖੋ ਬਿਜਲੀ ਦਾ ਮੁੱਦਾ ਅੱਜ ਕਿੱਡਾ ਵੱਡਾ ਮੁੱਦਾ, ਜਿਹਦੇ ਲਈ ਆਮ ਆਦਮੀ ਪਾਰਟੀ ਵਧਾਈ ਦੀ ਪਾਤਰ ਹੈ, ਕਿਉਂਕਿ ਸ਼ੁਰੂ ਉਹਨਾਂ ਕੀਤਾ ਸੀ। ਉਹ ਗੱਲ ਵੱਖਰੀ ਵੀ ਬਾਅਦ 'ਚ ਹਾਈਜੈਕ ਹੋ ਗਿਆ, ਹਾਈਜੈਕ ਹੋਣ ਦੇ ਬਾਵਜੂਦ ਉਹ ਕਹਿੰਦੇ ਨਾ 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 ਮੁੱਦਾ ਸਾਡਾ ਹੀ ਨਹੀਂ ਛੱਡਣਾ। ਚਲੋ ਇੱਧਰੋਂ ਉੱਧਰੋਂ ਕਰ ਆ ਕੇ ਕਿਸੇ ਨਾ ਕਿਸੇ ਤਰ੍ਹਾਂ ਇਸ ਵਕਤ ਬਿਜਲੀ ਦਾ ਮੁੱਦਾ ਵੀ ਉਨਾ ਹੀ ਵੱਡਾ ਮੁੱਦਾ ਬਣ ਗਿਆ ਜਿੰਨੇ ਬਾਕੀ ਦੇ ਮੁੱਦੇ। ਸੋ ਇਸ ਹਿਸਾਬ ਨਾਲ ਮੇਰੇ ਖਿਆਲ ਨਾਲ ਜੇ ਉਹ ਬਾਕੀ ਕੰਮ ਕਰ ਸਕਦੇ ਆ, ਬਾਕੀ ਥਾਵਾਂ ਤੇ ਘੇਰ ਸਕਦੇ ਆ, ਤੇ ਜਿਹੜੀਆਂ ਕਮੀਆਂ ਕਮਜ਼ੋਰੀਆਂ ਨੂੰ ਲੱਗਦੀਆਂ ਉਹਨਾਂ ਨੂੰ ਇੱਕ ਵਾਰ ਦੂਰ ਕਰਕੇ ਨਿੱਤਰਨ ਤੇ ਸਹੀ ਚੰਗੀ ਤਰ੍ਹਾਂ। ਨਹੀਂ ਬਹੁਤ ਜ਼ਰੂਰੀ ਹੈ। ਦੇਖੋ ਆਮ ਆਦਮੀ ਪਾਰਟੀ ਬੰਦਿਆਂ ਨੂੰ ਸ਼ਾਮਲ ਕਰ ਰਹੀ ਹੈ, ਫਿਰ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਉਡੀਕਦੇ ਆ ਕਿ ਭਾਈ ਉਹ ਆਣ ਕੇ ਕੋਈ ਐਲਾਨ ਕਰਨਗੇ। ਰੋਜ਼ 2-3 ਥਾਵਾਂ ਤੇ ਪ੍ਰੈਸ ਕਾਨਫਰੰਸਾਂ ਕਰਕੇ ਅੱਜ ਇੱਥੋਂ 50 ਪਰਿਵਾਰ ਸ਼ਾਮਲ ਹੋ ਗਏ, 100 ਹੋ ਗਏ, 200 ਹੋ ਗਏ। ਬਿਲਕੁਲ ਠੀਕ ਹੈ, ਰਵਾਇਤੀ ਤਰੀਕਾ। ਇਹ ਬਾਕੀ ਪਾਰਟੀਆਂ ਵੀ ਕਹਿੰਦੀਆਂ ਹੁੰਦੀਆਂ ਸੀ, ਵੱਖ-ਵੱਖ ਪਿੰਡਾਂ ਦੇ ਵਿੱਚੋਂ ਸੈਂਕੜੇ ਪਰਿਵਾਰ ਫਲਾਨੀ ਪਾਰਟੀ ਦਾ ਹਿੱਸਾ ਬਣੇ। ਅੱਜ ਪੰਜਾਬ ਦੇ ਵਿੱਚ ਮਿਸ ਕੀ ਹੈ? ਮਿਸ ਹੈਗਾ ਰੋਡ ਮੈਪ। ਇਹ ਮਿਸ ਨਹੀਂ ਹੈ ਕਿ ਅਸੀਂ ਰੁਜ਼ਗਾਰ ਦੇਵਾਂਗੇ, ਅਸੀਂ ਸੜਕਾਂ ਬਣਾਵਾਂਗੇ, ਅਸੀਂ ਇਨਵੈਸਟਮੈਂਟ ਕਰਾਂਗੇ, ਅਸੀਂ ਸਰਕਾਰੀ ਨੌਕਰੀ ਦੇਵਾਂਗੇ। ਇਹ ਮਿਸ ਨਹੀਂ ਹੈ। ਮਿਸ ਕੀ ਹੈ ਕਿ ਉਹ ਚੀਜ਼ਾਂ ਕਰਨੀਆਂ ਕਿੱਦਾਂ ਆ, ਉਹਦੇ ਲਈ ਕਾਨੂੰਨ ਕੀ ਕਹਿੰਦਾ ਆ, ਉਹਦੇ ਲਈ ਸਾਡੇ ਕੋਲੇ ਵਸੀਲੇ ਹੈਗੇ ਕਿ ਨਹੀਂ ਹੈਗੇ। ਮੰਨ ਲਓ ਮੈਂ ਤੁਹਾਨੂੰ ਕਾਰਡ ਦੇਣਾ ਹੈ ਵਿਆਹ ਦਾ,
ਮੈਂ ਜਾ ਕਵਾਂ ਜੀ 10 ਦਿਨ ਦਾ ਸਮਾਗਮ ਰੱਖਿਆ, 10 ਦਿਨ ਵੱਖਰੇ ਵੱਖਰੇ ਮੈਲੇ ਪੈਲੇਸ ਦੇ ਵਿੱਚ ਕੰਮ ਹੋਣਾ ਹੈ, ਗੱਡੀ ਤੁਹਾਨੂੰ ਮੈਂ ਆਪ ਭੇਜੂੰਗਾ, ਤੁਸੀਂ ਘਬਰਾਉਣਾ ਨਹੀਂ, ਫਲਾਨੀ ਦੁਕਾਨ ਦੇ ਉੱਤੇ ਜਾ ਕੇ ਨਾਪ ਦੇ ਆਉਣਾ ਆ, ਸੂਟ ਤੁਹਾਡੇ 8 ਦੇ 8 ਦਿਨਾਂ ਦੇ ਬਣ ਕੇ ਆ ਜਾਣਗੇ। ਤੁਹਾਨੂੰ ਵੀ ਪਤਾ ਕਿ ਪੱਲੇ ਇਹਦੇ ਕੁਝ ਨਹੀਂ, ਬਨੈਣ ਇਹਦੀ ਜਿਹੜੀ ਕੋਟ ਦੇ ਥੱਲੇ ਦੀ ਪਾਈ ਹੋ ਸਕਦਾ ਉਹ ਝਮੋਰੀਆਂ ਹੋਈਆਂ ਹੁਣ, ਤੇ ਇਹ ਬੰਦਾ ਮੈਨੂੰ ਕੋਟ ਪੈਂਟ ਸਵਾ ਕੇ ਦੇਣ ਨੂੰ ਕਰਦਾ। ਹਾਂ, ਇਹੀ ਗੱਲਾਂ ਤੁਸੀਂ ਮੈਨੂੰ ਆ ਕੇ ਆਖੋ, ਮੈਂ ਤਾਂ ਕਹਿਣਾ ਯਾਰ ਬੰਦਾ ਵੱਡਾ ਅਮੀਰ ਬੰਦਾ ਲੀਡਰ ਬੰਦਾ ਠੀਕ ਹੀ ਕਹਿੰਦਾ ਹੋਣਾ। ਤੇ ਆਪਾਂ ਹੁਣ ਆਪਣੇ ਤੇ ਨਾ ਲਾਈ ਜਾਈਏ। ਨਹੀਂ ਵੈਸੇ ਗੱਲ ਹੀ ਕਰਦੇ ਨਹੀਂ, ਗੱਲ ਤੁਹਾਡੀ ਠੀਕ ਹੈ, ਪਰ ਮੈਨੂੰ ਲੱਗਦਾ ਵੀ ਆਮ ਆਦਮੀ ਪਾਰਟੀ ਦਾ ਹਾਲ ਵੀ ਨਾ ਉਹ ਕੰਮ ਹੋ ਗਿਆ ਵੀ ਜਿਹੜਾ ਇਸ ਵਕਤ ਭਾਰਤ ਦੇ ਹਿਸਾਬ ਨਾਲ ਪ੍ਰਸ਼ਾਸਨ 'ਚ ਹੈ। ਹਾਲਾਂਕਿ ਦਿੱਲੀ 'ਚ ਉਹਨਾਂ ਨੇ ਸੁਧਾਰ ਲਿਆ। ਉਹ ਕਹਿੰਦੇ ਵੀ ਆਪਾਂ ਪੁਲ ਦੀ ਉਦਾਹਰਨ ਦੇ ਲੈਂਦੇ ਹਾਂ। ਪਹਿਲਾਂ ਕਹਿੰਦੇ ਜੇ ਇੰਨੇ 100 ਕਰੋੜ ਦਾ ਪੁਲ ਬਣਨਾ ਠੇਕਾ ਹੋ ਗਿਆ, ਇਦੋਂ ਤੱਕ ਬਣਨਾ ਨਹੀਂ ਜੀ, ਅਜੇ ਪੂਰਾ ਨਹੀਂ ਹੋਇਆ, ਖਰਚਾ ਵੱਧ ਗਿਆ, ਥੋੜਾ ਹੋਰ ਪੈਸੇ ਵਧਾਓ। ਪਹਿਲਾਂ ਇਹੋ ਕੰਮ ਚੱਲਦਾ ਸੀ ਵੀ 100 ਦੀ ਚੀਜ਼ ਆ 500 'ਚ ਬਣਾਉਂਦੇ ਸੀ, ਪਤਾ ਬਾਅਦ 'ਚ ਲੱਗਦਾ ਸੀ ਵੀ ਉੱਤੇ ਤੇ 75 ਹੀ ਲੱਗੇ, 425 ਕੋਈ ਖਾ ਗਿਆ। ਬਾਅਦ 'ਚ ਇਹਨਾਂ ਨੇ ਆਖਿਆ ਵੀ ਆਹ ਦੇਖੋ ਭਾਈ ਸਾਹਿਬ, ਅਸੀਂ 100 ਦੀ ਚੀਜ਼ 50 'ਚ ਬਣਾਤੀ, 50 ਬਚਾ ਲਏ। ਲੋਕਾਂ ਨੇ ਸ਼ਾਬਾਸ਼ ਦਿੱਤੀ, ਦਿੱਲੀ ਵਾਲਿਆਂ ਨੇ ਦਿੱਤੀ। ਹੁਣ ਪੰਜਾਬ 'ਚ ਇਹ ਕੰਮ ਉਹੀ ਕਰੀ ਜਾਂਦੇ ਆ ਵੀ ਆਹ ਦੇਖੋ ਜੀ ਪੁਲ ਬਣਾ ਲਿਆ, ਇੰਨੇ ਬੰਦੇ ਆ ਗਏ, ਇੰਨੇ ਬੰਦੇ ਆ ਗਏ, ਇੰਨੇ ਬੰਦੇ ਆ ਗਏ, ਹੁਣ ਕੀ ਕਰਨਾ? ਕਹਿੰਦੇ ਬੰਦਾ ਡੀਕਦੇ ਉਦਘਾਟਨ ਕਰਾਉਣਾ। ਉਹ ਨਾ ਕਰਨ ਮੇਰੇ ਖਿਆਲ ਨਾਲ ਉਦਘਾਟਨ ਵਾਲਾ ਕੰਮ। ਇਹਨਾਂ ਨੂੰ ਚਾਹੀਦਾ ਵੀ ਕੈਂਚੀ ਕੱਲੇ ਕੱਲੇ ਦੀ ਜੇਬ 'ਚ ਹੋਵੇ, ਅਗਲਾ ਆਖੇ ਪੁਲ ਬਣਿਆ ਵੀਰ ਨਿਕਲ ਤੂੰ ਟਾਈਮ ਨਾਲ, ਰੀਬਨ ਫੜਨ ਤੋਂ ਪਹਿਲਾਂ ਹੀ ਪਿੱਛੇ ਕੱਢ ਦੇਣ, ਕੋਈ ਗੱਲ ਹੀ ਨਹੀਂ। ਉਹ ਲੋਕਾਂ ਨੂੰ ਵੀ ਲੱਗੇ ਵੀ ਹਾਂ ਯਾਰ ਬੰਦੇ ਇੱਥੋਂ ਦੇ ਨੇ, ਇੱਥੋਂ ਦੇ ਹਿਸਾਬ ਨਾਲ ਚੱਲਦੇ। ਕਿਉਂਕਿ ਜਿੰਨਾ ਮੇਰੇ ਖਿਆਲ ਨਾਲ ਕਮਜ਼ੋਰੀ ਵਿਖਾਉਂਦੇ ਉਨਾ ਹੀ ਉਹ ਬਾਲ ਸਾਹਿਬ ਖੁਸ਼ ਹੁੰਦੇ। ਉਹ ਕਹਿੰਦੇ ਵੀ ਗੱਲ ਠੀਕ ਆ, ਲੱਗੇ ਰਹਿਣ ਦਿਓ, ਲੱਗੇ ਰਹਿਣ ਦੇਣਾ ਕੋਈ ਨਹੀਂ। ਜਿੱਦਣ ਕਹਿੰਦੇ ਕੇਜਰੀਵਾਲ ਦੀ ਗੱਲ ਕਰਨ, ਫਿਰ ਤੁਸੀਂ ਮੇਰਾ ਭਾਸ਼ਣ ਦੇਖ ਲਿਓ, ਫਿਰ ਵੇਖੋ ਮੈਂ ਕਿੱਦਾਂ ਕੱਢਦਾ ਵਾਹ ਕਰਦਾ। ਬਾਕੀ ਸੰਧਾਲੀਆ ਸਾਹਿਬ, ਗੰਨੇ ਦੇ ਮੁੱਦੇ ਦੇ ਉੱਤੇ ਅੱਜ ਜਲੰਧਰ ਤੇ ਫਗਵਾੜੇ ਦੇ ਵਿਚਾਲੇ ਕਿਸਾਨ ਜਥੇਬੰਦੀਆਂ ਨੇ ਆਪਣਾ ਜਾਮ ਲਾਉਣਾ ਹੈ ਦੋਨੋਂ ਪਾਸੇ। ਉਹਨਾਂ ਨੇ ਕਈ ਦਿਨ ਪਹਿਲਾਂ ਦੀ ਬੇਨਤੀ ਕੀਤੀ ਹੈ ਕਿ ਭਾਈ ਸਾਡੀ ਮਜਬੂਰੀ ਹੈ, ਕਿਉਂਕਿ 310 ਰੁਪਏ ਪ੍ਰਤੀ ਕੁਇੰਟਲ ਗੰਨੇ ਦਾ ਭਾਅ 200 ਕਰੋੜ ਰੁਪਈਆ ਪੁਰਾਣਾ ਮਿਲਿਆ ਨਹੀਂ, 358 ਹਰਿਆਣੇ ਵਾਲੇ ਦਿੰਦੇ ਆ, ਹਰਿਆਣੇ ਦੇ ਬਰਾਬਰ ਭਾਅ ਨਹੀਂ, 400 ਰੁਪਏ ਕੁਇੰਟਲ ਮੰਗਿਆ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਐਲਾਨ ਕਰਤਾ, ਕਹਿੰਦੇ ਜੀ ਆਪਾਂ 15 ਰੁਪਏ ਪ੍ਰਤੀ ਕੁਇੰਟਲ ਵਧਾ ਦਿੰਨੇ ਆ, 300 ਤਾਂ 25 ਰੁਪਏ ਨੂੰ ਕਰ ਦਿੰਨੇ ਆ। ਨਾਲ ਇਹ ਵੀ ਕਹਿ ਦਿੱਤਾ ਸ਼ੂਗਰਫੈਡ ਦੇ ਮੁਖੀ ਨੇ ਅਮਰੀਕ ਸਿੰਘ ਆਲੀਵਾਲ, ਉਹ ਕਹਿੰਦੇ ਜੀ ਦੇਖੋ ਗੱਲ ਇਦਾਂ ਕਿ ਆਪਾਂ ਜਿਹੜਾ ਕੋਆਪਰੇਟਿਵ ਮਿੱਲਾਂ ਦਾ 55 ਕਰੋੜ ਰੁਪਈਆ ਉਹ ਸਤੰਬਰ ਦੇ ਪਹਿਲੇ ਹਫ਼ਤੇ ਦੇ ਦੇਣਾ। ਪਰ ਕਿਸਾਨ ਜਥੇਬੰਦੀਆਂ ਨੇ ਐਲਾਨ ਕਰਤਾ, ਕਹਿੰਦੇ ਬਿਲਕੁਲ ਨਹੀਂ, 15 ਰੁਪਏ ਭਾਅ ਬਿਲਕੁਲ ਘੱਟ ਆ, ਸੰਘਰਸ਼ ਚੱਲੂਗਾ, ਅਸੀਂ ਹਰਿਆਣੇ ਦੇ ਘੱਟੋ ਘੱਟ ਬਰਾਬਰ ਪੈਸੇ ਲੈਣੇ ਆ। ਸਾਡੇ ਇੱਥੇ ਗੰਨੇ ਦੀ ਮਿਠਾਸ ਦੇਖੋ, ਉਹਦੇ ਵਿੱਚੋਂ ਖੰਡ ਕਿੰਨੀ ਬਣਦੀ ਹੈ, ਉਹ ਦੇਖੋ, ਪ੍ਰਾਈਵੇਟ ਮਿੱਲਾਂ ਤੋਂ ਸਾਨੂੰ ਪੈਸੇ ਦਿਵਾਓ। ਤੇ ਅੱਜ ਹੋ ਸਕਦਾ ਕਿ ਲੋਕਾਂ ਨੂੰ ਥੋੜੀ ਜਿਹੀ ਤੰਗੀ ਤਕਲੀਫ ਹੋਵੇ ਜੇ ਧਰਨਾ ਲਾਉਣ ਤੱਕ ਗੱਲ ਇੱਦਾਂ ਰਹਿੰਦੀ ਹੈ। ਜੀਟੀ ਰੋਡ ਜਾਮ ਹੋ ਸਕਦਾ ਜਲੰਧਰ ਤੇ ਫਗਵਾੜੇ ਦੇ ਵਿਚਾਲੇ। ਹਾਲਾਂਕਿ ਕਿਸਾਨ ਜਥੇਬੰਦੀਆਂ ਨੇ ਪ੍ਰਬੰਧ ਕੀਤਾ ਹੈ ਕਿ ਕਿਸੇ ਨੇ ਜਹਾਜ਼ ਫੜਨਾ ਹੈ, ਕਿਸੇ ਨੇ ਪੇਪਰ ਦੇਣ ਜਾਣਾ ਹੈ, ਕੋਈ ਐਂਬੂਲੈਂਸ ਆਉਂਦੀ ਹੈ, ਕੋਈ ਬਿਮਾਰ ਠਮਾਰ ਹੈ, ਉਹ ਕਹਿੰਦੇ ਅਸੀਂ ਉਹਨਾਂ ਨੂੰ ਆਪ ਹੱਥੀਂ ਬੱਧੀ ਕੱਢਾਂਗੇ, ਲੰਗਰ ਤੇ ਪਾਣੀ ਦਾ ਪ੍ਰਬੰਧ ਹੋਣਾ ਹੈ। ਨਹੀਂ ਪੂਰਾ ਪ੍ਰਬੰਧ ਹੋਣਾ। ਤੇ ਅੱਜ ਵੈਸੇ ਉਧਰ ਜੋਸ਼ੀ ਸਾਹਿਬ ਨੇ ਵੀ ਨਵਾਂ ਕੁੜਤਾ ਪਜਾਮਾ ਸਵਾ ਕੇ ਤਕੜੀ ਫੜਨੀ ਅਕਾਲੀ ਦਲ ਵਾਲੀ, ਤੇ ਉਧਰ ਸੁਖਪਾਲ ਸਿੰਘ ਨੰਨੂ ਹੋਰਾਂ ਨੇ ਭਾਜਪਾ ਦਾ ਝੰਡਾ ਘਰੋਂ ਲਾ ਕੇ ਤਾਂ ਕਿਸਾਨਾਂ ਦਾ ਲਾਤਾ ਹੀ। ਹਾਂ, ਨਹੀਂ ਉਹ ਗੱਲ ਹੈਗੀ। ਉਹ ਕਹਿੰਦੇ ਮੈਂ ਕਿਸੇ ਪਾਰਟੀ 'ਚ ਨਹੀਂ ਜਾਣਾ ਜੋਸ਼ੀ ਸਾਹਿਬ ਨੂੰ, ਮੈਂ ਬਸ ਆਪਾਂ ਫਿਰ ਇਕੱਲੇ ਨੂੰ ਇਕੱਲਾ। ਚਲਿਏ ਫਿਰ ਹੁਣ ਆਪਾਂ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਿਹਾ ਕਰੋ ਸਾਡੇ ਤੱਕ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।